ਸਾਡੇ ਪਿੰਡਾਂ ਦੇ ਵਿੱਚ ਇਹ ਰਵਾਇਤ ਆ ਵੀ ਜਿਹੜਾ ਬੰਦਾ ਅਸੀਂ ਤਾਂ ਗੈਰ ਨੂੰ ਆਪਣੇ ਬੰਨੇ ਤੇ ਨਹੀਂ ਚੜ੍ਹਨ ਦਿੰਦੇ। ਜੇ ਸਾਨੂੰ ਕਿਤੇ ਇੱਕ ਨਾ 751 ਦੇ ਕੇਸ ਦੇ ਵਿੱਚ ਵੀ ਕਿਤੇ ਉਹਦੀ ਜ਼ਮਾਨਤ ਦੇਣੀ ਹੋਵੇ, ਅਸੀਂ ਉਸ ਜ਼ਮੀਨ ਦੀ ਜ਼ਮਾਨਤ ਨਹੀਂ ਦੇ ਸਕਦੇ। ਇਹ ਦੇਖੋ ਜੀ, ਇਹ ਹੁਣ ਤਜਰਬੇ ਹੋਣ ਕਰਨ ਡਏ ਆ। ਸਾਡੇ ਜ਼ਿਮੀਂਦਾਰ ਭਰਾਵਾਂ ਨੇ ਪਹਿਲਾਂ ਤਜਰਬੇ ਕੀਤੇ, ਪੜ੍ਹਿਆ ਲਿਖਿਆ ਕਿਸਾਨ ਹੈ। ਅਸੀਂ ਭੇਡਾਂ ਨਹੀਂ ਗੀਆਂ ਵੀ ਸਾਨੂੰ ਉਹਨਾਂ ਨੇ ਕਹਿ ਦਿੱਤਾ ਜੀ, ਕਾਂਗਰਸੀਆਂ ਨੇ ਉਹ ਕਹਿ ਦਿੱਤਾ ਤੇ ਅਸੀਂ ਉਹਨਾਂ ਦੇ ਮਗਰ ਲੱਗ ਜਾਂਦੇ। ਲਓ ਪੜ੍ਹਨ ਲਈ ਸਾਨੂੰ ਭਾਜਪਾ ਦੀ ਐਨਕ ਲਾਉਣੀ ਪੈਣੀ। ਉਹ ਸਾਨੂੰ ਐਨਕ ਜਦੋਂ ਦੇ ਦੇਣਗੇ ਨਾ ਆਪਦੀ, ਉਹਦੇ ਨਾਲ ਉਹ ਪੜ੍ਹ ਹੋਣਾ। ਹਲਚਲ ਟੁਡੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਤੇ ਜ਼ਿਕਰ ਆਉਂਦਾ ਹੈ ਕਿ ਲਗਾਤਾਰ ਜਿਹੜਾ ਆਰਡੀਨੈਂਸ ਨੂੰ ਲੈ ਕੇ ਧਰਨੇ ਹੋ ਰਹੇ ਸੀ, ਪ੍ਰਦਰਸ਼ਨ ਕੀਤੇ ਜਾ ਰਹੇ ਸੀ, ਪਰ ਫਿਰ ਵੀ ਜਿਹੜੀ ਕਿਸਾਨ ਨੇ ਨਾਕਾਮਯਾਬ ਰਹੇ ਹਾਕਮਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਵਿੱਚ। ਕਿਉਂਕਿ ਜਦੋਂ ਆਰਡੀਨੈਂਸ ਨੂੰ ਲੈ ਕੇ ਧਰਨੇ ਚੱਲ ਰਹੇ ਸੀ, ਲੋਕ ਸਭਾ ਦੇ ਵਿੱਚ ਵੀ ਪਾਸ ਹੋਇਆ, ਰਾਜ ਸਭਾ 'ਚ ਵੀ ਪਾਸ ਹੋਇਆ ਤੇ ਆਖਿਰ ਨੂੰ ਜਦੋਂ ਅਸਤੀਫਾ ਦਿੱਤਾ ਗਿਆ, ਚਾਹੇ ਉਹ ਲੀਡਰਾਂ ਵੱਲੋਂ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਅਸਤੀਫਾ ਜਦੋਂ ਦਿੱਤਾ ਗਿਆ ਤੇ ਲੱਗਾ ਸੀਗਾ ਕਿ ਸ਼ਾਇਦ ਕਿਤੇ ਨਾ ਕਿਤੇ ਰਾਸ਼ਟਰਪਤੀ ਹਸਤਾਖਰ ਜਿਹੜੇ ਕਰਨ ਲੱਗੇ 100 ਵਾਰ ਸੋਚਣਗੇ ਤੇ ਦੁਬਾਰਾ ਪਾਰਲੀਮੈਂਟ 'ਚ ਭੇਜ ਕੇ ਤੇ ਜਿਹੜੇ ਸੋਧ ਕਰਨ ਵਾਲੇ ਨੇ ਉਹ ਸੋਧ ਕੀਤੇ ਜਾਣਗੇ। ਪਰ ਇਹ ਹੈਰਾਨੀ ਦੀ ਗੱਲ ਹੈ ਵੀ ਜਿੱਥੇ ਗੱਠਜੋੜ ਸੀਗਾ ਤੇ ਉਹਨਾਂ ਦੀ ਵੀ ਗੱਲ ਜਿਹੜੀ ਸੁਣਵਾਈ ਜਿਹੜੀ ਆ ਉਹ ਨਹੀਂ ਹੋਈ ਤੇ ਰਾਸ਼ਟਰਪਤੀ ਨੇ ਵੀ ਜਿਹੜੇ ਸਿਗਨੇਚਰ ਕਰ ਦਿੱਤੇ ਤੇ ਵਾਕਈ ਆਰਡੀਨੈਂਸ ਜਿਹੜਾ ਬਿੱਲ ਜਿਹੜੇ ਪਾਸ ਕੀਤੇ ਸੀ ਉਹ ਕਾਨੂੰਨ ਬਣ ਗਿਆ। ਹੁਣ ਜਦੋਂ ਕਾਨੂੰਨ ਬਣ ਗਿਆ ਤੇ ਕਿਸਾਨਾਂ ਦਾ ਹਜੇ ਵੀ ਜ਼ੋਰਦਾਰ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ। ਜੇਲ੍ਹ ਭਰੋ ਅੰਦੋਲਨ ਵੀ ਚੱਲ ਰਹੇ ਨੇ, ਰੇਲ ਰੋਕੋ ਅੰਦੋਲਨ ਵੀ ਚੱਲ ਰਹੇ ਨੇ, ਲਗਾਤਾਰ ਅੰਦੋਲਨ ਚੱਲ ਰਹੇ ਨੇ। ਪਰ ਅੱਜ ਹਲਚਲ ਟੂਡੇ ਦੀ ਟੀਮ ਜਿਹੜੀ ਹੈ ਸਪੈਸ਼ਲੀ ਮੁੱਦਾ ਪਿੰਡ ਦੇ ਵਿੱਚ ਪਹੁੰਚੀ ਹੈ ਜਾਣਕਾਰੀ ਲੈਣ ਦੇ ਲਈ ਇੱਕ ਕਿਸਾਨ ਦੇ ਕੋਲੋਂ ਕਿ ਗਰਾਊਂਡ ਲੈਵਲ ਤੇ ਕਿਵੇਂ ਦਾ ਬਚਾਅ ਕੀਤਾ ਜਾ ਸਕਦਾ। ਕਿਉਂਕਿ ਪ੍ਰੋਟੈਸਟ ਚੱਲ ਰਹੇ ਸੀਗੇ, ਫਿਰ ਵੀ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਕਿ ਪਾਸ ਹੋ ਗਿਆ, ਕਾਨੂੰਨ ਬਣ ਗਿਆ, ਪਰ ਉਹਦਾ ਅਲਟਰਨੇਟਿਵ ਕੀ ਹੋਏਗਾ, ਅਸੀਂ ਕਿਵੇਂ ਉਹਦਾ ਹੱਲ ਕੱਢ ਸਕਦੇ ਹਾਂ ਕਿ ਹੱਲ ਸਾਡਾ ਸਿਰਫ ਤੇ ਸਿਰਫ ਇੱਕ ਧਰਨੇ ਲਾਉਣਾ ਹੀ ਰਹਿ ਜਾਏਗਾ ਜਾਂ ਫਿਰ ਲੀਡਰ ਆਉਣਗੇ ਸਾਡੇ ਨਾਲ ਗੱਲਬਾਤ ਰਾਬਤਾ ਕਾਇਮ ਕਰਨਗੇ ਤੇ ਚਲੇ ਜਾਣਗੇ, ਕਿ ਇਹਦਾ ਕੁਝ ਹੋਏਗਾ ਹੱਲ ਜਾਂ ਨਹੀਂ ਹੋਏਗਾ। ਸੋ ਅਸੀਂ ਗਰਾਊਂਡ ਲੈਵਲ ਤੇ ਉਹਨਾਂ ਦੇ ਨਾਲ ਗੱਲ ਕਰਾਂਗੇ ਤੇ ਗੱਲ ਜਾਣਨ ਦੀ ਕੋਸ਼ਿਸ਼, ਤੁਹਾਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਆਰਡੀਨੈਂਸ ਕੀ ਹੈ, ਉਹਦਾ ਕੀ ਨੁਕਸਾਨ ਹੈ ਤੇ ਕੀ ਫਾਇਦਾ ਹੈ। ਸੋ ਅੱਜ ਅਸੀਂ ਉਹਨਾਂ ਤੋਂ तमाम ਜਾਣਕਾਰੀ ਜਿਹੜੀ ਉਹ ਲਵਾਂਗੇ। ਸੋ ਸੁਖਜਿੰਦਰ ਜੀ ਸਾਡੇ ਨਾਲ ਨੇ, ਸੋ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ। ਸੁਖਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ ਕੀਰਤੀ ਜੀ, ਧੰਨਵਾਦ। ਸੁਖਜਿੰਦਰ ਜੀ, ਸਵਾਲ ਇਹ ਬੜੇ ਅਹਿਮ ਨਿਕਲ ਕੇ ਸਾਹਮਣੇ ਆ ਰਹੇ ਨੇ, ਬਹੁਤ ਸਾਰੀਆਂ ਪਾਰਟੀਆਂ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਨੇ। ਜਿਸ ਦਿਨ 25 ਸਤੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਪ੍ਰੋਟੈਸਟ ਬੜੇ ਵੱਡੇ ਲੈਵਲ ਤੇ ਹੋਇਆ, ਸਾਰਾ ਕਿਸਾਨ ਭਾਈਚਾਰਾ ਇਕੱਠਾ ਸੀ, ਈਵਨ ਕਿ ਪੰਜਾਬੀਅਤ ਦਾ ਸਬੂਤ ਜਿਹੜਾ ਸਾਰੇ ਪੰਜਾਬ ਨੇ ਦਿੱਤਾ ਇਕੱਠੇ ਹੋ ਕੇ। ਪਰ ਉਹਦੇ ਦੌਰਾਨ ਵੀ ਜੇ ਅਸੀਂ ਦੇਖੀਏ ਕਿ ਸਾਰਾ ਕੁਝ ਹੁੰਦਾ ਗਿਆ, ਅਸਲ 'ਚ ਜੇ ਅਸੀਂ ਬੀਜੇਪੀ ਨੂੰ ਪੁੱਛਦੇ ਹਾਂ ਤੇ ਉਹ ਕਹਿੰਦੇ ਵੀ ਆਰਡੀਨੈਂਸ ਦਾ ਨੁਕਸਾਨ ਹੀ ਨਹੀਂ ਨਾ ਕਾਨੂੰਨ ਦਾ ਕਿਸੇ ਨੂੰ ਵੀ। ਅਸੀਂ ਜਾਣਨ ਆਏ ਹਾਂ ਵੀ ਅਸਲ ਦੇ ਵਿੱਚ ਪਿੰਡ ਦੇ ਕਿਸਾਨਾਂ ਨੂੰ ਕਿਉਂ ਲੱਗਦਾ ਹੈ ਕਿ ਆਰਡੀਨੈਂਸ ਉਹਨਾਂ ਦੇ ਲਈ ਲਾਹੇਵੰਦ ਨਹੀਂ ਰਹੇਗਾ। ਜੀ ਬਿਲਕੁਲ, ਬਹੁਤ ਵਧੀਆ ਸਵਾਲ ਹੈ ਜੀ। ਇਹਦੇ 'ਚ ਮੈਂ ਕਹਿੰਦਾ ਵੀ ਅਸੀਂ ਜੇ ਗਰਾਊਂਡ ਲੈਵਲ ਤੇ ਗੱਲ ਕਰਨੀ ਚਾਹੀਏ ਤੇ ਇਹ ਪੱਕੀ ਗੱਲ ਆ, ਜਿੰਨਾ ਨੁਕਸਾਨ ਇਹਨਾਂ ਬਿੱਲਾਂ ਦਾ ਕਿਸਾਨ ਨੂੰ, ਖੇਤ ਮਜ਼ਦੂਰ ਨੂੰ ਹੋਣਾ, ਆੜਤੀਆਂ ਦਾ ਵੀ ਹੁਣ ਜੋੜੀ ਜਾਂਦੇ ਆ ਜੀ, ਆੜਤੀਆਂ ਦਾ ਵੀ ਨੁਕਸਾਨ ਹੋਣਾ। ਉਹ ਸਰਮਾਏਦਾਰ ਬੰਦੇ ਆ, ਉਹਨਾਂ ਦੇ ਕੋਲ ਪੂੰਜੀ ਆ, ਉਹ ਆਪਣਾ ਕੋਈ ਨਾ ਕੋਈ ਹੋਰ ਵਪਾਰ ਕਰ ਸਕਦੇ ਆ। ਮੈਂ ਸੋਚਦਾ ਸਭ ਤੋਂ ਵੱਧ ਪੀੜਤ ਜਿਹੜਾ ਹੋਣਾ ਇੱਥੇ ਕਿਸਾਨ ਹੋਣਾ ਤੇ ਖੇਤ ਮਜ਼ਦੂਰ ਹੋਣਾ। ਇਹ ਤੁਸੀਂ ਕਿਹਾ ਵੀ ਇਹਨਾਂ ਦਾ ਬਿੱਲਾਂ ਦਾ ਨੁਕਸਾਨ ਕੀ ਆ। ਸਾਡੇ ਪਿੰਡਾਂ ਦੇ ਵਿੱਚ ਇਹ ਰਵਾਇਤ ਆ ਵੀ ਜਿਹੜਾ ਬੰਦਾ ਅਸੀਂ ਤਾਂ ਗੈਰ ਨੂੰ ਆਪਣੇ ਬੰਨੇ ਤੇ ਨਹੀਂ ਚੜ੍ਹਨ ਦਿੰਦੇ ਤੇ ਉਹ ਬੰਦਾ ਸਾਡੇ ਤੇ ਆ ਕੇ ਹੋਰ ਮਾਲਕ ਬਣਨਗੇ। ਸਾਡੀਆਂ ਖੇਤੀਆਂ, ਸਾਡੇ ਬਜ਼ੁਰਗ ਸਾਡੇ ਲਈ ਜਾਇਦਾਦਾਂ ਛੱਡ ਕੇ ਗਏ ਆ। ਸਾਡੇ ਬਜ਼ੁਰਗਾਂ ਨੇ ਇਹ ਸਾਰੇ ਟਿੱਬੇ ਸੀ, ਇਹ ਟਿੱਬਿਆਂ ਨੂੰ ਪੱਧਰੇ ਕਰ ਕਰਕੇ ਉਹਨਾਂ ਨੇ ਆਪਣੀਆਂ ਮਿਹਨਤ ਮਸ਼ੱਕਤ ਦੇ ਨਾਲ ਇਹਨੂੰ ਵਾਹੀਯੋਗ ਬਣਾਇਆ। ਵਾਹੀਯੋਗ ਬਣਾਉਣ ਤੋਂ ਬਾਅਦ ਸਾਡੀ ਹੁਣ ਤੀਜੀ ਪੀੜ੍ਹੀ ਆ ਗਈ ਆ। ਜਦੋਂ ਅਸੀਂ ਇਹਨੂੰ ਹੁਣ ਪਹਿਨਣ ਹੰਡਾਉਣ ਦਾ ਕਹੀਏ ਵੀ ਖਾਣ ਪੀਣ ਦਾ ਸਾਡੇ ਕੋਲ ਹੁਣ ਸਮਾਂ ਆਇਆ, ਇਹ ਬਹੁਤ ਹੀ ਸਾਜ਼ਿਸ਼ ਦੇ ਤਹਿਤ, ਜਿਹਦੇ ਕਿ ਸਾਡੇ ਬਜ਼ੁਰਗ ਜਾਂ ਉਦੋਂ ਕਿਸਾਨ ਜਥੇਬੰਦੀਆਂ ਜਾਂ ਕਮਿਊਨਿਸਟ ਭਰਾਤਰੀ ਜਥੇਬੰਦੀਆਂ ਉਦੋਂ ਅੱਜ ਤੋਂ ਨਾ 20 ਸਾਲ ਪਹਿਲਾਂ ਰੌਲਾ ਪਾਉਂਦੀਆਂ ਸੀ ਤੇ ਅਸੀਂ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਕੀਤਾ। ਉਹ ਕਹਿੰਦੇ ਸੀ ਵੀ ਇਹ ਤੁਹਾਡੀਆਂ ਜਾਇਦਾਦਾਂ ਨਹੀਂ ਰਹਿਣੀਆਂ, ਤੁਸੀਂ ਮਾਲਕ ਨਹੀਂ ਰਹਿਣਾ। ਤੁਸੀਂ ਦੇਖੋ ਜੇ ਪੁਰਾਣੀਆਂ ਕੰਧਾਂ ਤੇ ਹੱਲੇ ਵੀ ਉਹ ਨਾਅਰੇ ਲਿਖੇ ਹੋਣੇ ਆ, ਪਰ ਉਹ ਮੈਨੂੰ ਰਿਜ਼ਲਟ ਜਿਹੜੇ ਆ ਹੁਣ ਸਾਡੇ ਕਿਸਾਨ ਭਰਾਵਾਂ ਨੂੰ ਦੇਖਣ ਨੂੰ ਮਿਲ ਰਹੇ ਆ। ਇਹ ਵਾਕਿਆ ਹੀ ਗੱਲ ਆ, ਉਹਨਾਂ ਨੇ ਸੋਚੀ ਸਾਜ਼ਿਸ਼ ਦੇ ਤਹਿਤ, ਬੜੀ ਇੱਕ ਸਕੀਮ ਦੇ ਤਹਿਤ ਕੀ ਕੀਤਾ ਕਿ ਸਾਡੀਆਂ ਜ਼ਮੀਨਾਂ ਦੇ ਪਹਿਲਾਂ ਰੇਟ ਬਾਕੀਆਂ ਚੀਜ਼ਾਂ 'ਚ ਕਿਉਂ ਨਹੀਂ ਮੰਦਾ ਆ ਗਿਆ, ਕੱਲੀ ਜ਼ਿਮੀਂਦਾਰ ਦੀ ਜ਼ਮੀਨ ਕਿਉਂ ਮੰਦੀ ਹੋਈ ਆ, ਪਲਾਟ ਨਹੀਂ ਸ਼ਹਿਰ ਦੇ ਵਿੱਚ ਸਸਤੇ ਹੋ ਗਏ। ਸਾਡੀਆਂ ਜ਼ਮੀਨਾਂ ਪਹਿਲਾਂ ਇਹ ਸਸਤੀਆਂ ਕੀਤੀਆਂ ਗਈਆਂ, ਇਹਨਾਂ ਨੂੰ ਬੜਾ ਵਧੀਆ ਕਰ ਕਰਾ ਕੇ ਇਹ ਇੱਕ ਨਹੀਂ
ਘਾਟੇ ਬੰਦ ਸੌਦਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜ਼ਮੀਨਾਂ ਦੇ ਰੇਟ ਘਟਾਤੇ ਤਾਂ ਕਿ ਜਿਹੜਾ ਛੋਟਾ ਕਿਸਾਨ ਆ 2-2.5 ਕਿੱਲਿਆਂ ਵਾਲੇ, ਕਿਉਂਕਿ ਜਿਹੜੇ 75% ਹੈਗੇ ਨਾ ਜ਼ਿਮੀਂਦਾਰ ਕਿਸਾਨ ਭਰਾ ਆ, ਉਹ ਜਿਹੜੇ ਆ ਉਹ 5 ਕਿੱਲਿਆਂ ਤੋਂ ਘੱਟ ਮਾਲਕੀ ਦੇ ਮਾਲਕ ਆ। ਸਿਰਫ 25% ਆ ਜਿਹੜੇ 5 ਕਿੱਲਿਆਂ ਤੋਂ ਉੱਪਰ ਦੇ ਮਾਲਕ ਆ। ਉਹਨਾਂ ਨੂੰ ਇਹ ਅਹਿਸਾਸ ਕਰਾਇਆ ਗਿਆ, ਉਹਨਾਂ ਦੇ ਦਿਮਾਗ 'ਚ ਇਹ ਗੱਲ ਬਿਠਾਈ ਗਈ ਕਿ ਹੁਣ ਜਿਹੜੀ ਇਹ ਜ਼ਮੀਨ ਆ ਇਹ ਕੋਈ ਲਾਹੇਵੰਦ ਕਿੱਤਾ ਹੈ ਨਹੀਂ। ਇਹ ਜਿਹੜਾ 25 ਲੱਖ ਦਾ ਖੇਤ ਸੀ 20 ਦਾ ਰਹਿ ਗਿਆ, 15 ਦਾ ਰਹਿ ਗਿਆ, ਅੱਜ 10 ਦਾ ਰਹਿ ਗਿਆ। ਉਹਨਾਂ ਨੂੰ ਇਹ ਅਹਿਸਾਸ ਕਰਾ ਕੇ ਪੂਰਾ ਪਾਲਿਸੀ ਦੇ ਤਹਿਤ ਕੀਤਾ ਕਿ ਹਾਂ ਹੁਣ ਆ ਗਈ ਗੱਲ, ਜ਼ਿਮੀਂਦਾਰ ਦਾ ਲੱਕ ਟੁੱਟ ਗਿਆ। ਫਿਰ ਉਹਨਾਂ ਨੂੰ ਸਾਜ਼ਿਸ਼ ਦੇ ਤਹਿਤ ਲਿਮਟਾਂ ਚੁਕਾਈਆਂ ਗਈਆਂ ਖੇਤੀਬਾੜੀ ਦਾ ਲਾਹਾ ਲਾ ਕੇ। ਇੰਨੀਆਂ ਕੁ ਲਿਮਟਾਂ ਚੁਕਾਤੀਆਂ, ਜੇ ਅੱਜ ਕੋਈ 5 ਕਿੱਲੇ ਦਾ ਮਾਲਕ ਆ ਉਹਨੇ ਦੀ ਉਹਦੀ ਜਾਇਦਾਦ ਨਹੀਂ ਜਿੰਨਾ ਉਹਦੇ ਤੇ ਉਹ ਲਿਮਟ ਚਲਾਤੀ ਜੀ ਸਾਰੇ ਖੱਤਿਆਂ ਤੇ। ਜੇ 2 ਕਿੱਲੇ ਆ 2 ਖੱਤਿਆਂ ਦੇ ਨੰਬਰ ਪਾਤੇ, ਜੇ 4 ਖੱਤੇ ਆ 4 ਦੇ ਨੰਬਰ ਪਾਤੇ। ਉਹ ਜ਼ਮੀਨ ਨੂੰ ਅਸੀਂ ਕਰਨਾ ਕੀ? ਜੇ ਸਾਨੂੰ ਕਿਤੇ ਇੱਕ ਨਾ 751 ਦੇ ਕੇਸ ਦੇ ਵਿੱਚ ਵੀ ਕਿਤੇ ਉਹਦੀ ਜ਼ਮਾਨਤ ਦੇਣੀ ਹੋਵੇ, ਅਸੀਂ ਉਸ ਜ਼ਮੀਨ ਦੀ ਜ਼ਮਾਨਤ ਨਹੀਂ ਦੇ ਸਕਦੇ। ਉਹ ਜ਼ਮੀਨ ਦੀ ਸਿਰਫ ਅਸੀਂ ਵਾਹੁਣ ਜੋਗੇ ਹੀ ਆ। ਉਹਨੂੰ ਅਸੀਂ ਕਿਤੇ ਸਰਕਾਰੀ ਦਰਬਾਰੇ ਜੇ ਮੈਂ ਕਹਾਂ ਮੈਂ ਆਪਣੀ ਫਰਦ ਲਾ ਕੇ ਉਹਦੀ ਕਿਤੇ ਵਰਤੋਂ ਕਰ ਲਵਾਂ, ਬਿਲਕੁਲ ਨਹੀਂ ਕਰ ਸਕਦਾ। ਉਹ ਜ਼ਮੀਨ ਸਿਰਫ ਐਵੇਂ ਇਹ ਆ ਜੀ ਹੁਣ ਇਹ ਤੇਰੀ ਜ਼ਮੀਨ ਆ, ਕਣਕ ਬੀਜ ਲਈ ਤੇ ਵੱਢ ਲਈ। ਹੁਣ ਜਦੋਂ ਇਹ ਬਿੱਲ ਲਾਗੂ ਹੋਣਗੇ, ਸਾਡੇ ਕੋਲ ਇੱਕ ਇਹੀ ਅਧਿਕਾਰ ਸੀਗਾ ਵੀ ਕਣਕ ਬੀਜ ਲਈ ਤੇ ਵੱਢ ਲਈ, ਉਹ ਵੀ ਸਾਡੇ ਤੋਂ ਖੋਹ ਲਿਆ। ਪਹਿਲਾਂ ਤਾਂ ਸਾਡੀ ਜਿਹੜੀ ਜ਼ਮੀਨ ਦੀ, ਮੇਰੀ ਇਹ ਕੀਰਤੀ ਜੀ ਇਸ ਵਿਸ਼ੇ ਤੇ ਧਿਆਨ ਦਿਓ, ਪਹਿਲਾਂ ਤਾਂ ਸਾਡੇ ਜਿਹੜੇ ਹੱਕ ਸੀ ਫਰਦਾਂ ਦੇ ਵਿੱਚ, ਅਸੀਂ ਆਪਣੀ ਜ਼ਮੀਨ ਦੀ ਜਿੱਥੇ ਮਰਜ਼ੀ ਫਰਦ ਰੱਖ ਕੇ ਕੁਛ ਕਰਕੇ ਉਹ ਸੋਚੀ ਸਾਜ਼ਿਸ਼ ਤਹਿਤ ਉਹਨਾਂ ਤੇ ਲਿਮਟਾਂ ਬਣਾ ਕੇ ਉਹ ਖਤਮ ਕੀਤੇ। ਉਦੋਂ ਬਾਅਦ ਸਾਡੇ ਕੋਲ ਇੱਕੋ ਅਧਿਕਾਰ ਸੀਗਾ ਵੀ ਇੱਥੇ ਆਪਣੀ ਮਰਜ਼ੀ ਦੀ ਫਸਲ ਬੀਜ ਲਈਏ। ਬਿੱਲ ਉਹ ਆ ਗਿਆ, ਅਸੀਂ ਆਪਦੀ ਮਰਜ਼ੀ ਦੀ ਫਸਲ ਨਹੀਂ ਬੀਜ ਸਕਾਂਗੇ। ਬਿਲਕੁਲ ਅਸੀਂ ਉੱਥੇ ਆਪਣੀ ਮਰਜ਼ੀ ਦੀ, ਉਹ ਵੀ ਸਾਡੇ ਤੇ ਬਾਬੂ ਲੋਕ ਆ ਕੇ ਤੈਅ ਕਰਨਗੇ ਵੀ ਇੱਥੇ ਕੀ ਬੀਜਣਾ, ਗੰਢੇ ਬੀਜਣੇ ਕਿ ਮੈਂਥਾ ਧਨੀਆ, ਜੋ ਉਹਨਾਂ ਨੇ ਆਪਣੀ ਸੋਚ ਮੁਤਾਬਕ ਜਿਹੜੀ ਉਹਨਾਂ ਨੂੰ ਚੀਜ਼ ਲਾਹੇਵੰਦ ਹੋਗੀ ਉਹ ਬਜਾਉਣਗੇ। ਇੱਕ ਸਾਡਾ ਉਹ ਹੱਕ ਖਤਮ ਕਰਤਾ। ਫਿਰ ਸਾਡਾ ਮੰਡੀ ਬੋਰਡ ਖਤਮ ਕਰਤਾ, ਮੰਡੀਕਰਨ ਖਤਮ ਕਰਤਾ। ਅਸੀਂ ਆਪਣੀ ਫਸਲ ਪ੍ਰੋਡਕਟ ਕਰ ਲਿਆ ਤਿਆਰ। ਫਿਰ ਮੈਨੂੰ ਇਹ ਦੱਸੋ ਵੀ ਆ ਮੁੱਦਾ ਪਿੰਡ ਆ ਜੀ 2800 ਦੀ ਆਬਾਦੀ ਆ, ਇਹਦੇ ਵਿੱਚ ਕੋਈ ਵੀ ਬੰਦਾ ਮੈਨੂੰ ਇਹ ਦੱਸੇ ਵੀ ਇੱਥੇ ਕੋਈ ਕਿਸਾਨ ਹੈ ਵੀ ਜਿਹੜਾ ਇੱਥੋਂ ਲੱਦ ਕੇ ਟੈਂਕਰ ਤੇ ਜਾਂ ਟ੍ਰੇਨ ਭਰ ਕੇ ਕਰਨਾਟਕਾ 'ਚ ਲੈ ਜਾਊਗਾ, ਬਿਹਾਰ 'ਚ ਲੈ ਜਾਊਗਾ, ਗੁਜਰਾਤ 'ਚ ਲੈ ਜਾਊਗਾ। ਸਾਡੇ ਇਹ ਗੱਲ ਆ ਜਿੱਦਾਂ ਸਾਡੇ ਹੁਣ ਇੱਥੇ ਭਈਏ ਆਉਂਦੇ ਆ, ਪ੍ਰਵਾਸੀ ਮਜ਼ਦੂਰ ਆਉਂਦੇ ਆ, ਅਸੀਂ ਉਹਨਾਂ ਨੂੰ ਪੁੱਛਦੇ ਆ, ਉਹ ਇੱਥੋਂ ਕਹਿੰਦੇ ਸਰਦਾਰ ਜੀ ਹੁਣ ਪੈਸੇ ਦੇ ਦਿਓ, ਅਸੀਂ ਜਾਣਾ ਕੀ ਕਰਨਾ, ਅਸੀਂ ਝੋਨਾ ਵੱਢਣਾ। ਅਸੀਂ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਤੁਹਾਡਾ ਜੇ ਝੋਨਾ, ਉਹ ਕਹਿੰਦੇ ਸਾਡੇ 4 ਖੱਤੇ ਆ, 5 ਖੱਤੇ ਆ, 7-7 ਖੱਤਿਆਂ ਦੇ ਉਹ ਮਾਲਕ ਆ। ਸਾਡੇ ਇੱਥੇ ਜਿਹਨਾਂ ਦੇ ਉਹ ਮਜ਼ਦੂਰੀ ਕਰਨ ਆਉਂਦੇ ਆ ਉਹ 4-4 5-5 ਖੱਤਿਆਂ ਦੇ ਮਾਲਕ ਆ। ਜਦੋਂ ਉਹ ਐਡੀ ਦੂਰੋਂ ਆਉਂਦੇ, ਅਸੀਂ ਉਹਨਾਂ ਨੂੰ ਕਹਿੰਦੇ ਵੀ ਗੱਲ ਕੀ ਆ, ਤੁਸੀਂ ਸਾਡੇ ਨੂੰ ਵੱਧ ਜਾਇਦਾਦ ਦੇ ਮਾਲਕ ਆ, ਤੁਸੀਂ ਇੱਥੇ ਮਜ਼ਦੂਰੀ ਕਿਉਂ ਕਰਨ ਆਉਂਦੇ ਆ? ਉਹ ਇਸ ਕਾਰਨ ਆਉਂਦੇ, ਉੱਥੇ ਇਹ ਵਿਵਸਥਾ ਹੈ ਨਹੀਂ, ਮੰਡੀਕਰਨ ਦੀ ਉੱਥੇ ਵਿਵਸਥਾ ਹੈ ਨਹੀਂ ਗੀ। ਉਹ ਜਿਹੜਾ ਝੋਨਾ ਉਹਨਾਂ ਦਾ ਜਿਹੜਾ ਇੱਥੇ ਸਾਡਾ 1900 ਕੁਛ ਰੁਪਈਏ ਵਿਕਦਾ, ਉਹ ਉੱਥੇ ਉਹਨਾਂ ਦਾ 800-900 ਰੁਪਈਏ ਨੂੰ ਵਿਕਦਾ। ਤੇ ਅਸੀਂ ਸਾਨੂੰ ਕਹਿੰਦੇ ਜੀ ਮੰਡੀ ਖੋਲਤੀ, ਤੇ ਇਹ ਇੱਥੋਂ ਅਸੀਂ 2000 ਵਾਲਾ ਲੱਦ ਕੇ ਜਾ ਕੇ ਉੱਥੇ 700 ਵਾਲਿਆਂ ਨੂੰ ਵੇਚਣਾ। ਇਹ ਜਿਹੜਾ 2000 ਦਾ ਜਾਂ ਸਾਡੀ ਜਿਹੜੀ ਕਣਕ ਆ, ਅਸੀਂ ਇੱਥੋਂ ਲੱਦ ਕੇ ਲਿਜਾ ਕੇ ਉਹਨਾਂ ਨੂੰ 2-2000 ਜਿਹੜੇ ਇੱਥੇ ਸਾਨੂੰ ਮਿਲਣ ਡਿਆ, ਤਾਂ ਅਸੀਂ 700 ਵਾਲੀਆਂ ਸਟੇਟਾਂ 'ਚ ਜਾ ਕੇ ਵੇਚਾਂਗੇ। ਪਰ ਬੜਾ ਸੁਖਜਿੰਦਰ ਜੀ ਕੈਮ ਸਵਾਲ ਇਹ ਵੀ ਬਣ ਜਾਂਦਾ ਵੀ ਠੀਕ ਆ, ਜੇ ਕਿਤੇ ਜ਼ਿਆਦਾ ਮਿਲਦੀ ਪਈ ਖਰੀਦ ਵੀ ਉੱਥੇ ਜ਼ਿਆਦਾ ਪੈਸੇ ਮਿਲ ਜਾਣਗੇ, ਜੇ ਕਿਸਾਨ ਡਿੱਗਦਾ ਢਾਉਂਦਾ ਚਲੇ ਵੀ ਜਾਂਦਾ, ਤੇ ਕੀ ਗਰੰਟੀ ਦਿੱਤੀ ਗਈ ਸਰਕਾਰ ਵੱਲੋਂ ਵੀ ਉਨਾ ਹੀ ਖਰੀਦ ਜਿਹੜੀ ਤੁਹਾਨੂੰ ਮਿਲੇਗੀ? ਇਹ ਤਾਂ ਉਹ ਤੈਅ ਕਰਨਗੇ ਨਾ ਵੀ ਇਹਨੂੰ ਇੰਨੀ ਦੇਣੀ ਜਾਂ ਨਹੀਂ ਦੇਣੀ, ਉਹਦੀ ਕੀ ਗਰੰਟੀ? ਕਿਉਂਕਿ ਲੋਕ ਉਸ ਦੇ ਵਿੱਚ ਵੀ ਗੁੰਮਰਾਹ ਹੋਏ ਪਏ ਨੇ ਕਿ ਜੇ ਇਹ ਚੀਜ਼ ਹੋ ਵੀ ਜਾਂਦੀ ਹੈ ਤੇ ਚਲੋ ਜੇ ਅਸੀਂ ਜਾਣੇ ਵੀ ਆ ਤੇ ਸਾਨੂੰ ਪੂਰੇ ਪੈਸੇ ਮਿਲ ਜਾਣਗੇ। ਇਹ ਦੇਖੋ ਜੀ, ਇਹ ਹੁਣ ਤਜਰਬੇ ਹੋਣ ਕਰਨ ਡਏ ਆ। ਸਾਡੇ ਜ਼ਿਮੀਂਦਾਰ ਭਰਾਵਾਂ ਨੇ ਪਹਿਲਾਂ ਤਜਰਬੇ ਕੀਤੇ ਆ। ਅਸੀਂ ਇੱਥੇ ਆਲੂ ਜਿਹੜਾ ਇੱਥੋਂ ਜੈਪੁਰ ਜੋਧਪੁਰ ਭੇਜਦੇ ਰਹੇ ਆ, ਉਹ ਇੱਥੇ ਰੇਟ ਕੁਛ ਹੁੰਦਾ ਸੀ, ਉੱਥੇ ਪਹੁੰਚ ਗਈ ਗੱਡੀ। ਇੱਥੋਂ ਈਵਨ ਸਾਡੇ ਪਿੰਡ ਦੇ ਵਿੱਚੋਂ ਜ਼ਿਮੀਂਦਾਰ ਭਰਾ ਆ ਜਿਹੜੇ ਬੰਗਾਲ ਉਧਰਲੀ ਸਾਈਡ ਨੂੰ ਆਲੂ ਭੇਜਦੇ ਆ, ਉਹਨਾਂ ਦਾ ਰੇਟ ਇੱਥੇ ਹੋਰ ਹੁੰਦਾ। ਉੱਥੇ ਜਦੋਂ ਗੱਡੀ ਪਹੁੰਚ ਜਾਂਦੀ ਆ, ਉਹ ਕਹਿੰਦੇ ਆ ਜੀ ਟਰੱਕ ਦੀ ਭਾੜਾ ਦੇ ਦਿਓ। ਇੱਥੇ ਅਸੀਂ ਤਾਂ ਡੀਕਦੇ ਹੁੰਦੇ ਆ ਵੀ ਸਾਨੂੰ ਪੈਸੇ ਆਉਣੇ ਆ, ਉਹ ਕਹਿੰਦੇ ਆ ਜੀ ਤੁਹਾਡਾ ਟਰੱਕ ਪਹੁੰਚ ਗਿਆ, ਅਸੀਂ ਲਹਾਉਣਾ ਨਹੀਂ। ਤੇ ਟਰਾਂਸਪੋਰਟ ਵਾਲੇ ਕਹਿੰਦੇ ਹੁੰਦੇ ਆ ਵੀ ਟਰੱਕ ਹੁਣ ਪਹੁੰਚ ਗਿਆ ਆ, ਇਹਦੇ ਪੈਸੇ ਦਊਂਗੇ ਤੇ ਸਾਡਾ ਤੁਸੀਂ। ਈਵਨ ਇਦਾਂ ਵੀ ਹੋਈ ਆ ਵੀ ਇੱਥੋਂ ਹੀ ਟਰਾਂਸਪੋਰਟ ਵਾਲੇ ਕਹਿੰਦੇ ਹੁੰਦੇ ਸੀ ਜੀ ਉੱਥੇ ਦੇ ਵਪਾਰੀ ਨੇ ਪਤਾ ਨਹੀਂ ਆਲੂ ਗਏ ਲਹਾਉਣੇ ਆ ਕਿ ਨਹੀਂ ਲਹਾਉਣੇ, ਤੇ ਸਾਨੂੰ ਇੱਥੇ ਸਾਡਾ ਭਾੜਾ ਐਡਵਾਂਸ ਦੇ ਦਿਓ। ਇੱਥੋਂ ਦਾ ਸਮਾਨ ਇਹ ਹੁਣ ਕਹਿੰਦੇ ਆ ਇੱਥੋਂ ਕੋਈ ਇਹੋ ਜਿਹਾ ਜ਼ਿਮੀਂਦਾਰ ਹੈ ਨਹੀਂ ਜਿਹਦੇ ਆਲੂਆਂ ਦੇ ਪੈਸੇ ਨਾ ਮਰੇ ਹੋਣ। ਫਿਰ ਅਸੀਂ ਸੂਰਜਮੁਖੀ ਆਇਆ ਸੀਗਾ, ਅਸੀਂ ਸੂਰਜਮੁਖੀ ਬੜੇ ਵਧੀਆ ਤਰੀਕੇ ਨਾਲ ਕਿਸਾਨ ਭਰਾਵਾਂ ਨੇ, ਨਵੀਂ ਫਸਲ ਆ ਜੀ ਖੇਤੀ ਦੇ, ਆਪਣੇ ਕਣਕ ਝੋਨੇ ਦੇ ਚੱਕਰ ਚੋਂ ਨਿਕਲੋ।
ਸੂਰਜਮੁਖੀ ਇੱਥੋਂ ਜਾ ਕੇ ਕਰਾਲੀ ਵਿਕਦਾ ਹੁੰਦਾ ਸੀ, ਮੋਢੀ ਕਰਾਲੀ ਆ ਕਿਉਂਕਿ ਦੂਰ ਤਾਂ ਨਹੀਂ। ਉੱਥੇ ਵੀ ਇਹ ਹੁੰਦਾ ਸੀ ਵੀ ਇੱਥੋਂ ਲੱਦ ਕੇ ਲਿਜਾਣਾ, ਵੀ ਅੱਜ ਘਰ ਦੇ ਤੇ ਡੀਕਦੇ ਹੁੰਦੇ ਸੀ ਪੈਸੇ ਆਉਣਗੇ, ਤੇ ਉੱਥੇ ਉਹ ਫੋਨ, ਉਦੋਂ ਫੋਨ ਤਾਂ ਨਹੀਂ ਸੀ ਹੁੰਦਾ, ਉੱਥੋਂ ਉਹਨੂੰ ਕਿਰਾਇਆ ਦੇ ਕੇ ਤੋਰਦੇ ਹੁੰਦੇ ਸੀ, ਭਾਈ ਜਦੋਂ ਕਿਤੇ ਪਿੱਛੇ ਪੈਸੇ ਆਈ ਦੇ ਦੇਵਾਂਗੇ। ਇਹ ਫੇਕ ਆ, ਇਹ ਲੂੰਬੜ ਚੱਲਣਾ ਆ, ਕੁਛ ਨਹੀਂ ਏਦਾਂ ਹੋਣਾ। ਪੰਜਾਬ ਵੱਲ ਤਾਂ ਲੋਕ ਦੇਖਣ ਡਏ ਆ, ਮੰਡੀ ਦਾ ਪੰਜਾਬ ਤੇ ਪੈਸਾ ਤਾਂ ਪੰਜਾਬ 'ਚ NRI ਭਰਾਵਾਂ ਨੇ ਇੱਥੇ ਪੈਸਾ, ਇੱਥੋਂ ਸਾਰਾ ਕੁਝ ਹੋਣ ਡਿਆ। ਇੱਥੋਂ ਕਿਹੜਾ ਬੰਦਾ ਆ, ਮੈਂ ਕਹਿੰਦਾ ਵੀ ਆਲੂ ਆ, ਆਲੂ ਵੀ ਤਾਂ ਉਹ ਲੋਕ ਸਾਡੇ ਤੋਂ ਲੈਂਦੇ ਆ, ਪੈਸੇ ਤਾਂ ਦਿੰਦੇ ਆ ਕਿਉਂਕਿ ਸਾਡਾ ਆਲੂ ਬੀਜ ਆ। ਖਾਣ ਵਾਲੇ ਆਲੂ ਦੇ ਸਾਨੂੰ ਉਧਰੋਂ ਪੈਸੇ ਨਹੀਂ ਆਉਂਦੇ, ਖਾਣ ਵਾਲਾ ਆਲੂ ਸਾਡੇ ਤੋਂ ਨਹੀਂ ਉਹ ਲੈਂਦੇ। ਉਹ ਸਿਰਫ ਇਹ ਆ, ਇਹ ਜਰਖੇਜ਼ ਧਰਤੀ ਆ ਪੰਜਾਬ ਦੀ, ਇੱਥੇ ਦਾ ਜਿਹੜਾ ਬੀਜ ਆ ਇਹ ਜਦੋਂ ਉੱਥੇ ਉਹਨਾਂ ਸਟੇਟਾਂ ਦੇ ਵਿੱਚ ਲਿਜਾ ਕੇ ਬੀਜਦੇ ਆ, ਉਹ ਝਾੜ ਬਹੁਤ ਦਿੰਦਾ, ਤੇ ਇਹਦੇ ਪੈਸੇ ਦੇਣੇ ਉਹਨਾਂ ਦੀ ਮਜਬੂਰੀ ਆ। ਖਾਣ ਵਾਲਾ ਆਲੂ ਦੇ ਸਾਨੂੰ ਕਦੀ ਪੈਸੇ ਨਹੀਂ ਆਏ। ਸੁਖਜਿੰਦਰ ਜੀ, ਤੁਸੀਂ ਬੜੇ ਦਾਅਵੇ ਨਾਲ ਕਹਿੰਦੇ ਪਏ ਕਿ ਵਾਕਈ ਇਹ ਕਿਸਾਨ ਮਾਰੂ ਨੀਤੀ ਆ, ਪਰ ਦੂਸਰੇ ਪਾਸੇ ਕਿਤੇ ਤੁਹਾਨੂੰ ਵੀ ਤਾਂ ਨਹੀਂ ਕਾਂਗਰਸ ਆ ਕੇ ਗੁੰਮਰਾਹ ਕਰ ਗਈ ਵੀ ਤੁਸੀਂ ਇਹੀ ਬੋਲਣਾ ਕਿ ਇਹ ਗਲਤ ਆ? ਕਿਉਂਕਿ ਬੀਜੇਪੀ ਦਾ ਇਹ ਕਹਿਣਾ ਆ ਵੀ ਕਾਂਗਰਸੀ ਹੀ ਸਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਉਹੀ ਲੋਕ ਨੇ ਜਿਨ੍ਹਾਂ ਨੂੰ ਕਾਂਗਰਸ ਗੁੰਮਰਾਹ ਕਰ ਰਹੀ, ਉਹੀ ਕਿਸਾਨ ਧਰਨੇ ਲਗਾ ਰਹੇ ਨੇ, ਉਹੀ ਕਲਾਕਾਰ ਪੇਟ ਦੇ ਹੋ ਕੇ ਆ ਰਹੇ ਨੇ ਧਰਨੇ ਲਗਾਉਣ ਦੇ ਲਈ। ਇਦਾਂ ਦਾ ਕੁਝ ਨਹੀਂ ਆ, ਇਹ ਕਿਸਾਨ ਮਾਰੂ ਨੀਤੀ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਉਹ ਰਾਜ ਕਰਨਗੀਆਂ। ਦੇਖੋ ਜੀ, ਜਿਹੜਾ ਕਿ ਨਹੀਂ ਅੱਜ ਦਾ ਪੜ੍ਹਿਆ ਲਿਖਿਆ ਕਿਸਾਨ ਆ, ਅਸੀਂ ਭੇਡਾਂ ਨਹੀਂ ਗੀਆਂ ਵੀ ਸਾਨੂੰ ਉਹਨਾਂ ਨੇ ਕਹਿ ਦਿੱਤਾ ਜੀ, ਕਾਂਗਰਸੀਆਂ ਨੇ ਉਹ ਕਹਿ ਦਿੱਤਾ ਤੇ ਅਸੀਂ ਉਹਨਾਂ ਦੇ ਮਗਰ ਲੱਗ ਜਾਵਾਂਗੇ। 25 ਸਤੰਬਰ ਦੇ ਧਰਨੇ ਸੀ, ਕਿਸਾਨ ਅੰਦੋਲਨ, ਕਿਸਾਨ ਭਰਾਵਾਂ ਨੇ ਧਰਨੇ ਲਾਏ ਸੀ। ਉਹਦੇ ਬਰਾਬਰ ਦੂਸਰੀ ਸਿਆਸੀ ਜਮਾਤ ਨੇ, ਮੈਂ ਨਾਂ ਵੀ ਲੈਣ ਤੋਂ ਜੱਕਦਾ ਨਹੀਂ, ਅਕਾਲੀ ਦਲ ਨੇ ਬਰਾਬਰ ਧਰਨੇ ਲਾਤੇ। ਜੇ ਅਸੀਂ ਕਹੀਏ ਵੀ ਕਾਂਗਰਸ ਦੀ ਬੋਲੀ ਬੋਲਣੀ ਆ, ਅਸੀਂ ਸਾਰੇ ਪਿੰਡ ਦੇ ਕਿਸਾਨ ਜਾ ਕੇ ਕਿਸਾਨ ਧਰਨੇ 'ਚ ਬੈਠੇ ਸੀ। ਅਸੀਂ ਆਪਣਾ ਕਾਂਗਰਸ ਦਾ ਕਿਉਂ ਨਹੀਂ ਵੱਖਰਾ ਧਰਨਾ ਲਾ ਲਿਆ? ਜੇ ਅਸੀਂ ਉਹਨਾਂ ਦੇ ਮਗਰ ਲੱਗਣਾ ਹੁੰਦਾ, ਔਰ ਸਾਨੂੰ ਇਹ ਵੀ ਦੂਸਰੀ ਗੱਲ ਇੱਕ ਇਹ ਆ, ਸਾਡੀ ਕਾਲੀ ਹੋਣਾ, ਕਾਮਰੇਡ ਹੋਣਾ, ਕਾਂਗਰਸੀ ਹੋਣਾ, ਇਹ ਬਾਅਦ ਦੀਆਂ ਗੱਲਾਂ। ਸਭ ਤੋਂ ਪਹਿਲਾਂ ਕਿਸਾਨ ਆ। ਜੇ ਜੀਂਦੇ ਹੀ ਨਾ ਰਹੇ, ਖਾਣ ਨੂੰ ਨਾ ਰਿਹਾ, ਤੇ ਪਾਰਟੀਆਂ ਨੂੰ ਚੱਟਣਾ। ਦੂਸਰੀ ਗੱਲ ਇੱਕ ਇਹ ਆ, ਇਹ ਨਾ ਮੈਂ ਇੱਕ ਦਿਨ ਪੜ੍ਹਿਆ ਵੀ ਜਦੋਂ ਕਿਸੇ ਕੌਮ ਨੂੰ, ਕਿਸੇ ਦੇਸ਼ ਨੂੰ, ਕਿਸੇ ਸਟੇਟ ਨੂੰ, ਕਿਸੇ ਕਬੀਲੇ ਨੂੰ ਖਤਮ ਕਰਨਾ ਹੋਵੇ, ਉਹਦੀ ਜਵਾਨੀ ਖਤਮ ਕਰ ਦਿਓ, ਉਹਦੇ ਆਮਦਨ ਦੇ ਵਸੀਲੇ ਖਤਮ ਕਰ ਦਿਓ, ਉਹਦੀ ਭਾਸ਼ਾ ਖਤਮ ਕਰ ਦਿਓ। ਆ ਜਿਹੜਾ ਹੈਗਾ ਨਾ ਆਰਡੀਨੈਂਸ ਆ, ਇਹ ਤਾਂ ਐਵੇਂ ਹੁਣ ਤੁਹਾਨੂੰ ਲੱਗਦਾ, ਇਹ ਤਾਂ ਕਈਆਂ ਸਾਲਾਂ ਦੀ ਪਿੱਛੋਂ ਖੇਡ ਤੁਰੀ ਆਉਂਦੀ ਆ, ਕਈਆਂ ਸਾਲਾਂ ਦੀ। ਇਹਨਾਂ ਨੇ ਪਹਿਲਾਂ ਦੇਖੋ ਕੀ ਕੀਤਾ, ਨਸ਼ਾ ਇੰਨੇ ਬਾਰਡਰ ਟੱਪ ਕੇ ਪਾਕਿਸਤਾਨ, ਬੰਗਲਾਦੇਸ਼, ਇਧਰੋਂ ਟੱਪ ਕੇ ਪੰਜਾਬ 'ਚ ਆ ਜਾਂਦਾ, ਤੇ ਪੰਜਾਬ ਤੋਂ ਗਾਂ ਕਿਹੜੀ ਕੰਧ ਕੀਤੀ ਆ ਵੀ ਉਹ ਯੂਪੀ 'ਚ ਨਹੀਂ ਜਾਂਦਾ, ਹਰਿਆਣੇ 'ਚ ਨਹੀਂ ਜਾਂਦਾ, ਪੰਜਾਬ 'ਚ ਹੀ ਕਿਉਂ ਨਸ਼ਾ ਰਹਿੰਦਾ ਹੈ? ਇਹ ਸੋਚੀ ਸਾਜ਼ਿਸ਼ ਦੇ ਤਹਿਤ ਪਹਿਲਾਂ ਸਾਡੀ ਉਹਨਾਂ ਨੇ ਜਵਾਨੀ ਪੂਰੀ ਖਤਮ ਕੀਤੀ, ਪੂਰਾ ਸਾਡੇ ਤੇ ਟੈਗ ਲਾਤਾ ਵੀ ਇਹ ਨਸ਼ੇੜੀ ਆ, ਫਲਾਨਾ ਧਮਕੜਾ। ਫਿਰ ਆ ਗਈ ਸਾਡੀ ਭਾਸ਼ਾ। ਜੰਮੂ ਕਸ਼ਮੀਰ ਦੇ ਇੱਥੇ ਵੀ ਤੁਸੀਂ ਦੇਖੋ ਇਦਾਂ ਦੇ ਸਕੂਲ ਹੈਗੇ ਪੰਜਾਬ ਦੇ ਵਿੱਚ, ਜੇ ਉੱਥੇ ਬੱਚਾ ਪੰਜਾਬੀ 'ਚ ਗੱਲ ਕਰਦਾ ਆ, ਉਹਨੂੰ ਜੁਰਮਾਨਾ ਲੱਗਦਾ। ਪਰ ਬੀਜੇਪੀ ਵਾਲੇ ਸੁਖਜਿੰਦਰ ਜੀ ਇਹ ਕਹਿੰਦੇ ਕਿ ਤੁਹਾਨੂੰ ਲਾਅ ਦੀ ਜਾਣਕਾਰੀ ਨਹੀਂ ਹੈ, ਤੁਸੀਂ ਲਾਅ ਪੂਰਾ ਪੜ੍ਹਿਆ ਨਹੀਂ ਆ। ਜਿਹੜੀ ਕਸ਼ਮੀਰ ਦੇ ਵਿੱਚ ਪੰਜਾਬੀ ਬੈਨ ਕੀਤੀ, ਇਹੋ ਜਿਹਾ ਕੁਝ ਵੀ ਨਹੀਂ ਹੋਇਆ। ਇਹ ਵੀ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਕਾਂਗਰਸ ਵੱਲੋਂ ਕਿ ਤੁਸੀਂ ਪਾਰਟੀਬਾਜ਼ੀ, ਆਪਣੀ ਵੋਟ ਬੈਂਕਿੰਗ ਬਣਾਉਣ ਦੇ ਲਈ ਤੁਹਾਨੂੰ ਗੁੰਮਰਾਹ ਕਰ ਰਹੇ। ਪਹਿਲਾਂ ਲਾਅ ਪੜ੍ਹ ਲਓ, ਉਹ ਤਾਂ ਇਹ ਕਹਿੰਦੇ ਨੇ। ਮੈਂ ਕਹਿੰਦਾ ਜੀ, ਲਾਅ ਪੜ੍ਹਨ ਲਈ ਸਾਨੂੰ ਭਾਜਪਾ ਦੀ ਐਨਕ ਲਾਉਣੀ ਪੈਣੀ ਆ। ਉਹ ਸਾਨੂੰ ਐਨਕ ਜਦੋਂ ਦੇ ਦੇਣਗੇ ਨਾ ਆਪਦੀ, ਉਹਦੇ ਨਾਲ ਉਹ ਪੜ੍ਹ ਹੋਣਾ। ਜੇ ਖੁੱਲਾ ਦਿਮਾਗ ਰੱਖ ਕੇ ਨਾ ਅਸੀਂ ਆਪਦਾ ਦੇਖੀਏ, ਖੁੱਲਾ ਦਿਮਾਗ ਰੱਖ ਕੇ ਅਸੀਂ ਜੋ ਮਰਜ਼ੀ ਕਰੀ ਜਾਈਏ, ਸਾਨੂੰ ਜੇ ਉਹ ਭਾਜਪਾ ਦਾ ਲਾਅ ਆਰਡੀਨੈਂਸ ਪੜ੍ਹਨੇ ਆ ਤੇ ਸਾਨੂੰ ਉਹਦੇ ਵਾਲੀ ਐਨਕ ਚਾਹੀਦੀ ਆ ਤਾਂ ਆ। ਤੇ ਕਿੱਥੋਂ ਕਿਹੜੀ ਗੱਲ ਆ, ਔਨ ਰਿਕਾਰਡ ਆ, ਜੰਮੂ ਕਸ਼ਮੀਰ ਦੇ ਵਿੱਚ ਦਰਬਾਰੀ ਭਾਸ਼ਾ ਦੇ ਵਿੱਚੋਂ ਬਾਹਰ ਕੱਢੀ ਨਹੀਂ ਪੰਜਾਬੀ, ਨਹੀਂ ਕੱਢੀ ਤੇ ਤਾਂ ਦੱਸੋ। ਇੱਥੇ ਜੇ ਹੋਇਆ ਦੂਸਰਾ, ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਿੱਛੇ ਕਰਨ ਡਿਆ, ਬੜੀ ਸੋਚੀ ਸਾਚੀ ਸਾਜ਼ਿਸ਼ ਦੇ ਤਹਿਤ ਹੋ ਰਿਹਾ। ਸਾਡੀ ਹੁਣ ਵਰਕੇ ਪਹਿਲਾਂ ਜਵਾਨੀ ਖਤਮ ਕੀਤੀ, ਫਿਰ ਭਾਸ਼ਾ। ਹੁਣ ਸਾਡਾ ਆਮਦਨ ਦਾ ਵਸੀਲਾ ਪੰਜਾਬ 'ਚ ਕੀ ਆ? ਖੇਤੀਬਾੜੀ। ਸਾਡੀ ਹੁਣ ਉਹ ਖੇਤੀਬਾੜੀ ਖਤਮ ਕਰਨ ਤੇ ਆ ਗਿਆ। ਹੁਣ ਜਦੋਂ ਸਾਡੀ ਆਮਦਨ ਹੀ ਖਤਮ ਹੋ ਗਈ, ਸਾਡੇ ਹੱਥ ਵਾਸਤੇ ਸਾਡਾ ਕੋਈ ਬੀਜ, ਆਪਣੀ ਮਰਜ਼ੀ ਨਾਲ ਅਸੀਂ ਫਸਲ ਨਹੀਂ ਬੀਜ ਸਕਦੇ, ਵੱਢ ਨਹੀਂ ਸਕਦੇ, ਵੇਚ ਨਹੀਂ ਸਕਦੇ, ਤੇ ਫਿਰ ਸਾਡੀ ਆਮਦਨ ਵੀ ਕਿੱਥੋਂ ਰਹੂਗੀ? ਪੰਜਾਬ ਦੀ ਜਿਹੜੀ ਭਾਰਤ ਦੀ ਪੂਰੀ 80% ਜਿਹੜੀ ਹੈਗੀ ਆ ਆਬਾਦੀ ਆ, ਉਹ ਕਿਸਾਨੀ ਤੇ ਡਿਪੈਂਡ ਆ, ਤੇ ਪੰਜਾਬ ਦੀ ਤਾਂ 100% ਆ। ਇਸ ਕਰਕੇ ਇਹ ਸਾਰਾ ਕੁਛ ਆ, ਇਸ ਹੋ ਰਿਹਾ ਪੰਜਾਬ ਨੂੰ ਖੁੱਡੇ ਲਾਉਣ ਲਈ ਹੋ ਰਿਹਾ। ਨਹੀਂ ਤਾਂ ਕੀ ਗੱਲ ਸੀ? ਆਰਡੀਨੈਂਸ ਇੰਨਾ ਐਮਰਜੈਂਸੀ ਲਿਆਉਣ ਦੀ ਕੀ ਲੋੜ ਸੀ? ਪੰਜਾਬ, ਹਰਿਆਣਾ ਤੇ ਕੁਛ ਜ਼ਿਲ੍ਹੇ ਯੂਪੀ ਦੇ ਆ, ਕੁਛ ਜ਼ਿਲ੍ਹੇ ਹਰਿਆਣੇ ਦੇ ਆ,
ਉਦੋਂ ਪਹਿਲਾਂ ਬਾਕੀ ਹਿੰਦੁਸਤਾਨ 'ਚ ਤੇ ਸਾਰਾ ਹੀ ਪ੍ਰੋਸੈਸ ਚੱਲਣ ਹੀ ਰਿਹਾ ਆ। ਸਾਰਾ ਪ੍ਰੋਸੈਸ ਉਧਰ ਚੱਲਣ ਡਿਆ। ਇਹਨਾਂ ਦੋ ਪੰਜਾਬ ਹਰਿਆਣਾ ਨੂੰ ਇਹਨੂੰ ਡਾਊਨ ਕਰਨ ਲਈ ਇਹ ਖੜੇ ਪੈਰ ਆਰਡੀਨੈਂਸ ਲਿਆਂਦਾ ਗਿਆ। ਇਹ ਸੋਚੀ ਸਾਜ਼ਿਸ਼ ਐਨ ਪੂਰੀ ਚਾਲ ਆ। ਠੀਕ ਹੈ, ਮੰਨ ਲੈਣੇ ਇੱਕ ਪਾਸੇ ਵੀ ਇਹ ਚਲੋ ਉਹਨਾਂ ਨੇ ਹੁਣ ਬਿੱਲ ਨੂੰ ਪਾਸ ਕਰ ਦਿੱਤਾ, ਰਾਸ਼ਟਰਪਤੀ ਸਿਗਨੇਚਰ ਵੀ ਹੋ ਗਏ, ਮਾਨਤਾ ਮਿਲ ਗਈ ਹੈ ਤੇ 3 ਸਾਲ ਚੱਲੇਗਾ। ਕੀ ਇਹ ਲੱਗਦਾ ਹੈ ਕਿ 3 ਸਾਲ ਦਾ ਇਹਨਾਂ ਨੂੰ ਪ੍ਰੋਸੈਸ ਜਿਹੜਾ ਇਹਨਾਂ ਨੇ ਲਿੱਤਾ ਹੈ ਕਿ 3 ਸਾਲ ਇਹ ਚੱਲੇਗਾ ਤੇ 3 ਸਾਲ ਦੇ ਵਿੱਚ ਜੇ ਕਿਸਾਨ ਨੂੰ ਲੱਗੇ ਵੀ ਭਾਈ ਉਹ ਇਹਦੇ ਤੇ ਮਾਰੂ ਆ ਵੀ ਉਹਦਾ ਨੁਕਸਾਨ ਹੁੰਦਾ ਤੇ ਅਸੀਂ ਬਦਲ ਦਾਂਗੇ, ਇਹ ਕਿੱਦਾਂ ਕੀ ਚੀਜ਼ ਕਹਿ ਸਕਦੇ ਇਹਨੂੰ ਕੀ ਸਾਬਤ ਕਰਨਾ ਚਾਹੁੰਦੀ ਬੀਜੇਪੀ? ਇਦਾਂ ਹੋ ਸਕਦੀ ਹੈ, ਇਦਾਂ ਹੋ ਸਕਦੀ ਹੈ? ਕਦੀ ਵੀ ਨਹੀਂ। ਇਹ ਐਵੇਂ ਲੂੰਬੜ ਚੱਲਣਾ ਆ, ਕੁਛ ਨਹੀਂ ਕਰਨਾ ਇਹਨਾਂ ਨੇ, ਕੱਖ ਨਹੀਂ ਕਰਨਾ। ਸਿਰਫ ਸਾਨੂੰ ਉਹ ਅੱਜ ਦਾ ਜੀਓ ਦੀ ਸਿਮ ਤੇ ਲਾ ਲਏ ਸੀ, ਇਦਾਂ ਸਾਨੂੰ ਇਹਨਾਂ ਨੇ ਲਾ ਲੈਣਾ ਇੱਕ ਵਾਰੀ, ਲਾ ਕੇ ਤੇ ਕਰਨਾ ਕੁਰਨਾ ਕੁਛ ਨਹੀਂ। ਜੇ ਕਿੱਦਾਂ ਯਕੀਨ ਕਰੀਏ ਇਹਨਾਂ ਦੀ ਗੱਲ ਤੇ, ਕਿੱਦਾਂ ਯਕੀਨ ਕਰ ਲਈਏ? ਇਹ ਕੋਈ ਯਕੀਨ ਕਰਨ ਵਾਲੀ ਗੱਲ ਹੈ? ਜਿਹੜੀਆਂ ਪਿੱਛੇ ਕਿਹਾ ਸੀਗਾ ਜੀ ਅਸੀਂ 15-15 ਲੱਖ ਦੇ ਦੇਣਾ, ਉਹਨੂੰ ਕਹਿ ਦਿੰਦੇ ਜੀ ਸਿਆਸੀ ਜੁਮਲਾ। ਉਹ ਤਾਂ ਮੇਰਾ ਮਜ਼ਾਕ 'ਚ ਕਹੀ ਹੋਈ ਗੱਲ ਆ। ਹੁਣ ਆਹ ਕਿੱਦਾਂ ਕਹੀਏ ਵੀ ਆਹ ਗੱਲ ਕਹਿੰਦੇ 3 ਸਾਲਾਂ ਤੱਕ ਮਜ਼ਾਕ ਵਾਲੀ ਆ ਕਿ ਕਿੱਦਾਂ? ਸੁਖਜਿੰਦਰ ਜੀ, ਇਸ ਚੀਜ਼ ਨੂੰ ਕਿਵੇਂ ਦੇਖਦੇ ਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਐਮਐਸਪੀ ਜਿਹੜਾ ਅਸੀਂ ਕੱਢ ਦੇਣਾ ਤੇ ਇੱਕ ਪਾਸਿਓਂ ਸਾਡੇ ਖੇਤੀਬਾੜੀ ਮਿਨਿਸਟਰ ਤੋਮਰ ਜੀ ਤੇ ਇਹ ਗੱਲ ਕਹੀ ਜਾਂਦੇ ਵੀ ਨਹੀਂ ਕੱਢਿਆ, ਇਹ ਸਰਕਾਰ ਦੇ ਤਹਿਤ ਹੀ ਰਹੂਗਾ, ਸਰਕਾਰੀ ਜਿਹੜੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਸੀ ਉਹ ਰਹਿਣਗੀਆਂ। ਪਰ ਹੁਣ ਐਮਐਸਪੀ ਜਿਹੜਾ ਇਹਨਾਂ ਨੇ ਵਧਾ ਕੇ ਦੱਸ ਦਿੱਤਾ ਤੇ ਕਿਸਾਨ ਵੀ ਇਸ ਚੀਜ਼ ਦੇ ਵਿੱਚ ਸਮਝਦਾਰ ਹੋ ਗਿਆ, ਪਰ ਬੀਜੇਪੀ ਕਹਿੰਦੀ ਉਹ ਵਿਚਾਰਾ ਆ ਉਹ ਗੁੰਮਰਾਹ ਹੋ ਰਿਹਾ ਤੇ ਉੱਥੇ ਉਹਨਾਂ ਨੇ ਐਮਐਸਪੀ ਵੀ ਜ਼ਿਆਦਾ ਵਧਾ ਕੇ ਦੱਸ ਦਿੱਤਾ। ਹੌਲੀ ਹੌਲੀ ਕੀ ਕਿਤੇ ਐਮਐਸਪੀ ਨੂੰ ਵੀ ਹੇਠਾਂ ਸੁੱਟ ਕੇ ਕਿਸਾਨ ਤੇ ਵਾਕਈ ਜਿਹੜੀ ਆਪਣੀ ਹੁਕੂਮਤ ਹੈ ਉਹ ਝਾੜਨਗੇ ਜਾਂ ਕੁਝ ਹੋਰ ਕਾਰਨ ਨੇ? ਕਿਉਂਕਿ ਬੀਜੇਪੀ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਮਾਰੂ ਨਹੀਂ, ਇਤਿਹਾਸ ਰਚਿਆ ਗਿਆ। ਦੇਖੋ ਜੀ, ਜੇ ਇਹ ਐਮਐਸਪੀ ਇਹਨਾਂ ਨੇ ਰੱਖਣੀ ਆ, ਇਹ ਕਹਿੰਦੇ ਆ ਵੀ ਉਹ ਕਿਸਾਨ ਵਿਰੋਧੀ ਨਹੀਂ, ਇੱਕ ਲਾਈਨ ਹੀ ਆ ਵਿੱਚ, ਇੱਕ ਲਾਈਨ ਹੀ ਇੰਨੀ ਲਿਖ ਦੇਣ ਵੀ ਜੋ ਖਰੀਦ ਆ ਉਦੋਂ ਉੱਪਰ ਜੇ ਕੋਈ ਪ੍ਰਾਈਵੇਟ ਅਦਾਰਾ ਖਰੀਦਦਾ ਜਾਂ ਕੋਈ ਵਪਾਰੀ ਖਰੀਦਦਾ ਉਹ ਖਰੀਦ ਲੈਣ, ਉਦੋਂ ਥੱਲੇ ਜਿਹੜਾ ਆ ਇਦੋਂ ਘੱਟ ਰੇਟ ਤੋਂ ਕਿਸੇ ਨੂੰ ਖਰੀਦਣ ਦੀ ਇਜਾਜ਼ਤ ਨਹੀਂ ਹੋਊਗੀ। ਤੇ ਇੰਨੇ ਪੇਪਰ ਲਿਖਣਾ, ਇੰਨਾ ਕੁਝ ਕਰਨਾ ਤੇ ਉਹਦੇ ਵਿੱਚ ਉਹ ਕਰ ਦੇਣ। ਇੰਨਾ ਜੋ ਦੇਖੋ ਲੱਖਾਂ ਰੁਪਈਆਂ ਦੇ ਇਸ਼ਤਿਹਾਰ ਦੇ ਦਿੱਤੇ ਆ, 8-10 ਮੰਤਰੀ ਸੈਂਟਰ ਦੇ ਲੱਗੇ ਹੋਏ ਆ। ਸਾਡਾ ਨੁਕਸਾਨ ਤਾਂ ਪੰਜਾਬ ਦਾ ਹੋ ਰਿਹਾ, ਸੜਕਾਂ ਤੇ ਕਿਸਾਨ ਬੈਠੇ ਆ, ਬਜ਼ੁਰਗ ਬੈਠੇ ਆ, ਬੀਬੀਆਂ ਬੈਠੀਆਂ ਆ ਸਾਡੇ ਤੇ ਜਿਹੜੀ ਆ ਨਾ ਦੁਆਬੇ ਵਾਲੀ ਤੱਗੀ ਆ, ਇਹਦੇ ਵਿੱਚ ਤਾਂ ਅਸੀਂ ਐਸ਼ ਪ੍ਰਸਤ ਲੋਕ ਆ। ਇਹਦੇ ਵਿੱਚ ਜਿਹੜਾ ਨਾ ਸਾਨੂੰ ਏਸੀਆਂ 'ਚ ਬਹਿਣ ਦਾ ਹੋ ਗਿਆ। ਮਾਝੇ ਤੇ ਮਾਲਵੇ ਦੇ ਲੋਕਾਂ ਨੇ ਇਸ ਐਜੀਟੇਸ਼ਨ ਨੂੰ ਬੜਾ ਵਧੀਆ ਸੱਜੇ ਤਰੀਕੇ ਨਾਲ ਚਲਾਇਆ। ਪਰ ਹੁਣ ਆਪਣੇ ਪੰਜਾਬ ਦਾ ਜਿਹੜਾ ਜਰਖੇਜ਼ ਖਿੱਤਾ ਦੁਆਬੇ ਦੇ ਲੋਕ ਵੀ ਉੱਠ ਖੜੇ ਆ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਤੁਰ ਪਏ ਆ। ਇੱਕ ਦਿਨ ਇੱਕ ਕਿਤਾਬ 'ਚ ਮੈਂ ਪੜ੍ਹਿਆ ਸੀ, ਕਹਿੰਦਾ ਵੀ ਤੁਸੀਂ ਨਾ ਜਿਹੜੀ ਉੱਥੇ ਦੀ ਨੌਜਵਾਨੀ, ਤੁਸੀਂ ਕਿਹਾ ਸੀ ਵੀ ਸਿੰਗਰ ਪੇਡ ਆ, ਉਹ ਕਹਿੰਦਾ ਸੀ ਵੀ ਜਿਹੜੀ ਨੌਜਵਾਨੀ ਗਾਣੇ ਜੋ ਸੁਣਦੀ ਆ, ਮੈਨੂੰ ਉਹ ਗਾਣੇ ਲਿਆ ਕੇ ਸੁਣਾ ਦਿਓ, ਮੈਂ ਤੁਹਾਡੇ ਦੇਸ਼ ਦਾ ਆਉਣ ਦਾ ਭਵਿੱਖ ਦੱਸ ਦੂੰਗਾ, ਆਉਣ ਵਾਲਾ ਭਵਿੱਖ ਦੱਸ ਦੂੰਗਾ ਤੁਹਾਡੇ ਦੇਸ਼ 'ਚ ਕੀ ਹੋਣਾ। ਜੋ ਜਵਾਨੀ ਗਾਣੇ ਸੁਣਦੀ ਮੈਨੂੰ ਉਹ ਸੁਣਾ ਦਿਓ। ਤੇ ਤੁਸੀਂ ਹੁਣ ਆਪ ਸੋਸ਼ਲ ਮੀਡੀਆ ਦੇਖ ਲਓ, ਉਹੀ ਨੌਜਵਾਨੀ ਜਿਹੜੀ 15-20 ਦਿਨ ਪਹਿਲਾਂ ਬੰਬੀਹੇ ਤੇ ਸੀ, ਹੁਣ ਕਿਸਾਨੀ ਦੇ ਮੁੱਦੇ ਤੇ ਉਹ ਗਾਣੇ ਸੁਣਦੀ ਨਹੀਂ। ਮਿਲੀਅਨ ਵਿਊਜ਼ ਬਣ ਗਏ ਉਹਨਾਂ ਗਾਣਿਆਂ ਦੇ। ਇਹਦਾ ਮਤਲਬ ਕੀ ਆ? ਨੌਜਵਾਨ ਜਿਹੜਾ ਸੁਚੇਤ ਹੋ ਗਿਆ, ਉਹ ਹੁਣ ਕਿਸਾਨੀ ਦੇ ਗਾਣੇ ਨੂੰ ਸੁਣਦਾ, ਕਿਸਾਨੀ ਦੇ ਗਾਣਿਆਂ ਤੇ ਉਹ ਧਿਆਨ ਦਿੰਦਾ ਆ। ਉਹਨੂੰ ਜੋ ਉਧਰੋਂ ਮੈਸੇਜ, ਅੱਛਾ ਸਿੰਗਰ ਪੇਡ ਹੋ ਗਏ, ਉਹਨਾਂ ਪੈਸਾ ਮੋਦੀ ਸਾਹਿਬ ਜਿੰਨਾ ਤਾਂ ਇੱਥੇ ਸਾਡੇ ਲੋਕਾਂ ਤੋਂ ਹੈ ਨਹੀਂਗਾ। ਇਹ ਪੇਡ ਕਰਾ ਲੈਣ, ਇੱਕ ਸਿੰਗਰ ਤੋਂ ਵੀ ਗਾਣਾ ਉਹਦੇ ਹੱਕ 'ਚ ਗਵਾ ਕੇ ਦਿਖਾ ਲੈਣ ਜੇ ਪੇਡ ਹੀ ਆ। ਅਸੀਂ ਕਿਸੇ ਟਾਈਮ ਅਸੀਂ ਆਪਣੇ ਜਿਹੜੇ ਸਿੰਗਰ ਭਰਾ ਆ, ਅਸੀਂ ਉਹਨਾਂ ਦਾ ਕਈਆਂ ਗੱਲਾਂ ਤੇ ਵਿਰੋਧ ਕਰਦੇ ਸੀ ਭਈ ਉਹ ਘਟੀਆ ਸ਼ਬਦਾਵਲੀ ਵਰਤਦੇ ਆ, ਅਸਲੇ ਨੂੰ ਪ੍ਰਮੋਟ ਕਰਦੇ ਆ। ਪਰ ਅੱਜ ਜਿਹੜਾ ਮੈਂ ਕਹਿੰਦਾ ਵੀ ਗਾਇਕ ਭਰਾ ਆ ਜਾਂ ਲੇਖਕ ਆ, ਕਲਮ ਦੀ ਜਿਹੜੀ ਤਾਕਤ ਹੁੰਦੀ ਨਾ, ਇਹ ਤਲਵਾਰ ਨਾਲੋਂ ਵੀ ਉੱਪਰ ਹੁੰਦੀ ਆ। ਇਹਨਾਂ ਨੇ ਜੋ ਹੁਣ ਇਸ ਟਾਈਮ ਰੋਲ ਅਦਾ ਕਰ ਰਹੇ ਆ, ਵਾਕਿਆ ਹੀ ਬਹੁਤ ਵਧੀਆ ਅਦਾ ਕਰ ਰਹੇ ਆ। ਤੇ ਚਾਹੀਦਾ ਕੀ ਆ? ਇਹ ਪੇੜ ਇਹ ਗਵਾ ਲੈਣ, ਇੱਕ ਗਾਣਾ ਗਵਾ ਕੇ ਦਿਖਾ ਦੇਣ। ਇਹਨਾਂ ਦੇ ਹੱਕ ਦੇ ਵਿੱਚ ਤਾਂ ਕੋਈ ਸੜਕ ਤੇ ਧਰਨੇ ਤੇ ਬੋਲਣ ਨੂੰ ਤਿਆਰ ਨਹੀਂ। ਰਾਜ ਭਾਗ ਕਰਦੇ ਸੀ, ਪੰਜਾਬੀ ਦੇ ਮੁੱਦੇ ਤੇ ਜਿਹੜੇ ਚੁੱਪ ਬੈਠੇ ਸੀ, ਨਸ਼ਿਆਂ ਦੇ ਮੁੱਦੇ ਤੇ ਜਿਹੜੇ ਚੁੱਪ ਬੈਠੇ ਸੀਗੇ, ਹੋਰ ਜਿਹੜੇ ਮੁੱਦਿਆਂ ਤੇ ਸਾਰਿਆਂ ਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਜਿਹੜੇ ਚੁੱਪ ਬੈਠੇ ਸੀ, ਉਹਨਾਂ ਲੋਕਾਂ ਨੂੰ ਵੀ ਕਿਸਾਨਾਂ ਨੇ ਐਸੀ ਠੋਕਰ ਮਾਰੀ ਆ, ਰਾਜ ਭਾਗ ਤੋਂ ਵਾਪਸ ਲਾ ਲਿਆ। ਸੁਖਜਿੰਦਰ ਜੀ, ਤੁਸੀਂ ਕਿਤੇ ਗਲਤ ਜਾਣੇ ਅਣਜਾਣੇ 'ਚ ਤਾਂ ਨਹੀਂ ਇਹ ਚੀਜ਼ਾਂ ਬੋਲਦੇ ਪਏ, ਪਰ ਬੀਜੇਪੀ ਤਾਂ ਪੰਜਾਬ ਤੇ ਪੰਜਾਬੀਅਤ ਨਾਲ ਬਹੁਤ ਮੋਹ ਕਰਦੀ ਹੈ। ਉਹ ਆਪ ਆਪਣੀਆਂ ਅਖਬਾਰਾਂ 'ਚ ਵੀ ਇਹ ਗੱਲ ਕਹਿ ਰਹੇ ਨੇ, ਮੀਡੀਆ ਨੂੰ ਸੰਬੋਧਨ ਹੁੰਦੇ ਵੀ ਕਹਿ ਰਹੇ ਨੇ ਕਿ ਅਸੀਂ ਪੰਜਾਬ ਤੇ ਪੰਜਾਬੀਅਤ ਦੇ ਲੋਕਾਂ ਦੀ ਬਹੁਤ ਪਰਵਾਹ ਕਰਦੇ ਹਾਂ। ਸਾਡਾ ਬਹੁਤ ਜ਼ਿਆਦਾ ਤੇ ਉਹ ਪਿਆਰ ਜਿਹੜਾ ਉਹਨਾਂ ਦਾ ਬਣਿਆ ਹੋਇਆ, ਕਿਉਂਕਿ 9 ਮਾਸ ਦਾ ਰਿਸ਼ਤਾ ਜੋ ਇੱਥੇ ਸੀਗਾ। ਨਹੀਂ, ਮੀਡੀਆ ਨੂੰ ਸੰਬੋਧਨ ਕਰਦੇ ਨਾ, ਪਿੰਡਾਂ 'ਚ ਆ ਜਾਣ, ਸ਼ਹਿਰਾਂ 'ਚ ਆ ਜਾਣ,
ਮੀਡੀਆ ਨੂੰ ਸੰਬੋਧਨ ਕਰਤਾ ਨਾ, ਉੱਥੇ 10 ਪੱਤਰਕਾਰ ਬਿਠਾ ਲਏ, ਚਾਹ ਦਾ ਕੱਪ ਪਿਲਾਇਆ ਤੇ ਆਪਣੀ ਗੱਲ ਦੱਸਤੀ। ਜੇ ਉਹਨਾਂ ਨੂੰ ਇੰਨਾ ਹੀ ਹਿੱਤ ਆ, ਕਿਸਾਨ ਭਰਾ ਬੈਠੇ ਨਾ ਪੱਧਰੇ ਸੜਕ ਤੇ, ਮੈਂ ਇਸ ਟਾਈਮ ਕਹਿੰਦਾ ਵੀ ਜਿਹੜੀ ਕੋਈ ਵੀ ਜਿੰਨੀਆਂ ਵੀ ਸਿਆਸੀ ਪਾਰਟੀਆਂ, ਮੈਂ ਨਾਂ ਨਹੀਂ ਲੈਣਾ, ਸਾਰੀਆਂ ਸਿਆਸੀ ਪਾਰਟੀਆਂ ਭਾਵੇਂ ਦਿਖਾਵੇ ਦੇ ਤੌਰ ਤੇ ਆ ਭਾਵੇਂ ਦਿਲੋਂ ਆ, ਕਿਸਾਨਾਂ ਦੇ ਮਗਰ ਤੁਰੀਆਂ ਨਾ। ਤੇ ਇਹ ਕਾਹਤੋਂ ਨਹੀਂ ਤੁਰਦੇ? ਇਹ ਕਾਹਤੋਂ ਨਹੀਂ ਇੱਥੇ ਆ ਕੇ ਪੱਧਰੇ ਆ ਕੇ, ਇੱਕ ਮੈਂ ਕਹਿੰਦਾ ਇੱਥੇ ਮੁੱਦਾ ਪਿੰਡ ਆ, ਨਕੋਦਰ ਆ, ਇੱਥੇ ਆ ਕੇ ਕਾਨਫਰੰਸ ਕਰਨ ਵੀ ਅਸੀਂ ਕਿਸਾਨਾਂ ਨੂੰ ਇਹ ਦੱਸਣਾ ਵੀ ਅਸੀਂ ਤੁਹਾਡੇ ਹੱਕ 'ਚ ਆ। ਘਰੋਂ ਨਿਕਲਣਾ ਇਹਨਾਂ ਦਾ ਔਖਾ ਹੋਇਆ। ਉਹ ਕਹਿੰਦੇ ਵੀ ਇਹਨਾਂ ਨੂੰ ਥੋੜੇ ਦਿਨਾਂ ਤੱਕ ਕਿਸਾਨਾਂ ਨੂੰ ਆਪ ਹੀ ਪਤਾ ਲੱਗ ਜਾਣਾ ਵੀ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਵਾ ਇਹਨਾਂ ਦੇ ਹੱਕ 'ਚ ਆ, ਇਹਨਾਂ ਨੇ ਆਪ ਹੀ ਸ਼ਾਂਤ ਹੋ ਕੇ ਬਹਿ ਜਾਣਾ, ਤੁਸੀਂ ਵੀ ਦੇਖਿਓ। ਫਿਰ ਉਦੋਂ ਬਹਿ ਜਾਾਂਗੇ ਜੀ। ਜੇ ਇਹ ਗੱਲ ਆ ਤੇ ਇਹ ਸਾਨੂੰ ਵਧੀਆ ਤਰੀਕੇ ਨਾਲ ਸਮਝਾ ਲੈਣ। ਇਹ ਆ ਕੇ ਨਾ ਅਖਬਾਰ 'ਚ ਇਹ ਗੱਲ ਕਹਿੰਦੇ ਆ, ਟੈਲੀਵਿਜ਼ਨ ਤੇ ਇਹ ਗੱਲ ਕਹਿੰਦੇ ਆ, ਲੋਕਾਂ ਨੂੰ ਆ ਕੇ ਸਮਝਾਉਣ ਵੀ ਆਹ ਤਜਰਬਾ ਆ। ਇਹ ਅਸੀਂ ਤਜਰਬਾ ਉੱਥੇ ਪਹਿਲਾਂ ਗੁਜਰਾਤ 'ਚ ਕੀਤਾ ਸੀ। ਅੱਛਾ ਚਲੋ, ਇਹ ਤਜਰਬਾ 5 ਸਾਲ 7 ਸਾਲ 10 ਸਾਲ ਗੁਜਰਾਤ 'ਚ ਚਲਾ ਲੈਣ, ਉੱਥੋਂ ਮੁੜ ਕੇ ਅਸੀਂ ਉੱਦਾਂ ਵੀ ਤੇ ਗੁਜਰਾਤ ਮਾਡਲ ਚੱਕ ਕੇ ਲਿਆਉਣੇ ਆ। ਦੁੱਧ ਦਾ ਵੇਰਕਾ ਅਮਲ ਦਾ ਅਸੀਂ ਗੁਜਰਾਤ ਤੋਂ ਇਹ ਸਾਰਾ ਉੱਥੋਂ ਲੈ ਕੇ ਉਹਨਾਂ ਨੂੰ ਮੰਨ ਕੇ ਚੱਲਦੇ ਆ ਵੀ ਉੱਥੇ ਕਿੱਦਾਂ ਦੁੱਧ ਦੇ ਪ੍ਰੋਡਕਟ ਬਣਦੇ, ਕੀ ਚੱਲਦਾ, ਉਹ ਅਸੀਂ ਪੰਜਾਬ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਖੇਤੀਬਾੜੀ ਉੱਥੇ ਗੁਜਰਾਤ 'ਚ ਲਾਗੂ ਕਰਨ, ਇਹ ਉੱਥੇ ਲਾਗੂ ਕਰਨ। ਜਦੋਂ ਲਾਗੂ ਹੋ ਜੂ, ਉਹ ਮਾਡਲ ਵਧੀਆ ਲੱਗੂ, ਅਸੀਂ ਆਪ ਹੀ ਅਡਾਪਟ ਕਰ ਲੈਣਾ। ਇੰਨਾ ਸਮਝਾਉਣ ਦੀ ਕੀ ਲੋੜ ਆ? ਕਿਉਂ ਸਾਨੂੰ ਇਹ ਤੰਗ ਕਰਦੇ ਆ? ਕਿਉਂ ਸਾਨੂੰ ਸੜਕਾਂ ਤੇ ਬਿਠਾਉਂਦੇ ਧੁੱਪੇ? ਕਿਉਂ ਸਾਨੂੰ ਰੇਲਵੇ ਟਰੈਕਾਂ ਤੇ ਬਿਠਾਇਆ? ਇਹ ਸਾਰਾ ਇੰਨਾ ਹੀ ਵਧੀਆ ਪ੍ਰੋਡਕਟ ਹੈ, ਉੱਥੇ ਗੁਜਰਾਤ 'ਚ ਲਾਗੂ ਕਰਨ। ਇੱਥੋਂ ਅਸੀਂ ਕਿਸਾਨ ਟ੍ਰੇਨਾਂ ਭਰ ਕੇ ਜਾਵਾਂਗੇ, ਉੱਥੋਂ ਸਿੱਖ ਕੇ ਆਵਾਂਗੇ। ਅਸੀਂ ਆ ਦੁੱਧ ਦਾ ਵੀ ਸਿੱਖ ਕੇ ਆਉਣੇ ਉੱਥੋਂ ਵੀ ਉਹ ਕਿੱਦਾਂ ਇਹ ਨਸਲ ਗਾਂ ਪੈਦਾ ਕਰਨੀ ਆ, ਕਿੱਦਾਂ ਦੁੱਧ ਤੋਂ ਪ੍ਰੋਡਕਟ ਬਣਾਉਣਾ। ਉਹੀ ਪਾਲਿਸੀ ਅਸੀਂ ਪੰਜਾਬ 'ਚ ਲਾਗੂ ਕਰਨ ਦੇ ਤੇ ਇਹਦਾ ਫਸਲ ਵਾਲੀ ਵੀ ਕਰਾਂਗੇ। ਠੀਕ ਹੈ, ਬਿੱਲ ਪਾਸ ਹੋ ਗਿਆ, ਪਰ ਇਹਦਾ ਅਲਟਰਨੇਟਿਵ ਕੀ ਹੈ ਕਿ ਅਸੀਂ ਕਿਸਾਨ ਜਿਹੜੇ ਨੇ ਉਹ ਧਰਨਿਆਂ ਜੋਗੇ ਰਹਿ ਜਾਣਗੇ? ਕਿਉਂਕਿ ਉਮੀਦ ਜਿਹੜੀ ਆ ਉਹ ਟੁੱਟ ਚੁੱਕੀ ਕਰੀਬ ਸਾਰਿਆਂ ਦੀ। ਹੁਣ ਸਾਰਿਆਂ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਦਿੱਲੀ ਵੱਲ ਨੂੰ ਕੂਚ ਕਰੀਏ, ਪਰ ਕੀ ਲੱਗਦਾ ਕਿ ਧਰਨੇ ਹੀ ਰਹਿ ਗਏ ਨੇ ਜਾਂ ਇਹਦਾ ਅਲਟਰਨੇਟਿਵ ਵੀ ਕੁਝ ਹੈਗਾ ਕਿ ਗ੍ਰਾਮ ਪੰਚਾਇਤਾਂ ਕੁਝ ਕਰ ਸਕਦੀਆਂ ਨੇ ਜਾਂ ਪਿੰਡ ਦੀ ਪੰਚਾਇਤ ਕੁਝ ਕਰ ਸਕਦੀ? ਦੇਖੋ ਜਿਹੜੀ ਗੱਲ ਨਾ ਧਰਨੇ ਵਾਲੀ ਆ, ਤੁਸੀਂ ਕਹਿੰਦੇ ਬੇਸ਼ੱਕ ਧਰਨੇ ਰੁਕ ਜਾਣਗੇ, ਜੋ ਮਰਜ਼ੀ ਹੋ ਜਾਵੇ। ਜਿਹੜੀ ਗੱਲ ਨਾ ਦਿਲ 'ਚ ਬਹਿ ਜਾਵੇ, ਕਿਸਾਨ ਆ 20 ਸਾਲ ਗੋੜ ਨਹੀਂ ਕਰ ਛੱਡਦੇ ਆਪਦਾ। ਕਿਸਾਨਾਂ ਦੇ ਨਾਲ ਜੁੜਿਆ ਹੋਇਆ ਖੇਤ ਮਜ਼ਦੂਰ ਤਕੜੀ ਜਮਾਤ ਆ ਇਹ। ਅਸੀਂ ਰੋਜ਼ ਆਪਦੇ ਬਹਿਨੇ ਉੱਠਦੇ ਆ, ਅਸੀਂ ਇਹੀ ਗੱਲਾਂ ਬਾਤਾਂ ਕਰਦੇ ਆ। ਇਹ ਬਿਲਕੁਲ ਇਹ ਕਹਿ ਦੇਣ ਧਰਨੇ ਅੱਜ ਠੀਕ ਆ, ਕਿੰਨਾ ਕੁ ਚਿਰ ਧਰਨੇ ਲਾ ਕੇ ਬੈਠੇ ਰਵਾਂਗੇ? ਦਿੱਲੀ ਵੱਲੋਂ ਸਾਨੂੰ ਤਾਂ ਇਨਸਾਫ ਨਹੀਂ ਮਿਲਣਾ, ਪਰ ਜਦੋਂ ਨਾ ਦਿਲ ਆ, ਦਿੱਲੀ ਦੇ ਭਾਵੇਂ ਭੁੱਲ ਜਾਵੇ, ਆ ਦਿਲ ਨਹੀਂ ਭੁੱਲਦਾ। ਲੋਕ ਲਹਿਰ ਬਹੁਤ ਤਕੜੀ ਆ। ਲੋਕ ਲਹਿਰ ਨਾ ਤਾਜਾਂ ਤਖਤਾਂ ਤੋਂ ਬੰਦੇ ਨੂੰ ਖਿੱਚ ਕੇ ਥੱਲੇ ਲਾ ਲੈਂਦੇ। ਕਿੱਡੀ ਗੱਲ ਆ ਇਹ? ਕਿੰਨਾ ਕੁ ਚਿਰ ਆ ਕਾਨੂੰਨ ਬਣਦੇ ਵੀ ਆਏ ਆ, ਜੇ ਸਰਕਾਰਾਂ ਚੇਂਜ ਹੋਈਆਂ ਤਾਂ ਕਾਨੂੰਨ ਟੁੱਟਦੇ ਵੀ ਆਏ ਆ। ਇਹ ਏਡੀ ਕੋਈ ਗੱਲ ਨਹੀਂ ਹੈਗਾ ਵੀ ਇਹ ਤਾਂ ਵਿਚਾਰਾ ਹੁਣ ਜਿੰਨੇ ਕੁ ਹੈਗਾ ਆ ਠੀਕ ਠਾਕ ਆ। ਇਹ ਜੇ ਬਣ ਗਿਆ ਤਾਂ ਏਡੀ ਵੀ ਕੋਈ ਗੱਲ ਨਹੀਂ। ਜਿਹੜਾ ਕਿਸਾਨ ਆ ਨਾ, ਜਦੋਂ ਕਿਸਾਨ ਠਾਣ ਲਵੇ, ਕਿਸਾਨ ਦੇ ਨਾਲ ਜਦੋਂ ਉਹਦਾ ਜਿਹੜਾ ਮਜ਼ਦੂਰ ਭਰਾ ਉਹ ਠਾਣ ਲਵੇ, ਤੇ ਇਹ ਕੋਈ ਵੱਡੀ ਗੱਲ ਨਹੀਂ। ਦਿਲ ਨਹੀਂ ਛੱਡਣਾ ਚਾਹੀਦਾ, ਦਿੱਲੀ ਭਾਵੇਂ ਛੱਡ ਜਾਵੇ। ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ? ਕਿਉਂਕਿ ਬਿੱਲ ਪਾਸ ਹੋ ਚੁੱਕਾ ਹੋਇਆ, ਕਿਸਾਨ ਹਜੇ ਵੀ ਧਰਨੇ ਤੇ ਨੇ। ਅਗਲੀ ਰਣਨੀਤੀ ਕੀ ਰਹੇਗੀ ਕਿਸਾਨਾਂ ਦੀ? ਦੇਖੋ ਉਹ ਤਾਂ ਵੱਡੇ ਲੈਵਲ ਦੀ ਗੱਲਬਾਤ ਆ। ਅਸੀਂ ਤਾਂ ਇੱਕ ਪਿੰਡ ਲੈਵਲ ਦੇ ਪੰਚਾਇਤੀ ਬੰਦੇ ਆ। ਅਸੀਂ ਤਾਂ ਇਹ ਕਹਿੰਦੇ ਆ ਕਿ ਜਿੱਦਾਂ ਤੁਸੀਂ ਕਿਹਾ ਸੀ ਆ ਗ੍ਰਾਮ ਸਭਾ ਵਾਲਾ, ਪੰਚਾਇਤਾਂ ਇਹਦੇ ਵਿੱਚ ਸਭ ਤੋਂ ਵਧੀਆ ਰੋਲ ਅਦਾ ਕਰ ਸਕਦੀਆਂ। ਪੰਚਾਇਤ ਜਿਹੜੀ ਆ ਇਹ ਇੱਕ ਇਕਾਈ ਆ। ਜੇ ਗਰਾਊਂਡ ਲੈਵਲ ਤੇ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਨੁਮਾਇੰਦਗੀ ਕਰਦੀ ਆ ਪਿੰਡ ਦੀ, ਤੇ ਉਹ ਪੰਚਾਇਤ ਆ। ਪੰਚਾਇਤਾਂ ਚੋਣ, ਇਹ ਆਪੋ ਆਪਣੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਜਾਗਰਤ ਕਰਨ, ਖੇਤ ਮਜ਼ਦੂਰਾਂ ਨੂੰ ਜਾਗਰਤ ਕਰਨ, ਜਿੱਦਾਂ ਅਸੀਂ ਕਰ ਰਹੇ ਹਾਂ। ਸਾਡੇ ਤੁਸੀਂ ਇੱਥੋਂ ਦੇਖੋ ਵੀ ਹੁਣ ਕੋਈ ਆ ਕੇ ਦੇਖੜ ਇੱਥੇ, ਮੈਂ ਤਾਂ ਹੀ ਤੁਹਾਡੇ ਖੁੱਲਾ ਚੈਲੰਜ ਕਰਦਾ ਵੀ ਜੇ ਭਾਜਪਾ ਵਾਲੇ ਕਹਿੰਦੇ ਆ ਵੀ ਇਹ ਆਰਡੀਨੈਂਸ ਵਧੀਆ ਤੇ ਮੁੱਦਾ ਜਾ ਕੇ ਇਕੱਠਾ ਕਰਕੇ ਤੇ ਰੈਲੀ ਕਰਕੇ ਦਿਖਾ ਦੇਣ। ਇਸ ਕਰਕੇ ਇਹ ਤਾਂ ਆ ਵੀ ਸਾਡੀਆਂ ਜਿਹੜੀਆਂ ਪੰਚਾਇਤਾਂ ਆ, ਪੰਚ ਸਰਪੰਚ ਆ, ਲੰਬੜਦਾਰ ਸਾਹਿਬਾਨ ਆ, ਇਹਨਾਂ ਦਾ ਲੋਕਾਂ ਨਾਲ ਨਿੱਤ ਦਾ ਵਾਹ ਆ। ਇਹ ਵਧੀਆ ਤਰੀਕੇ ਨਾਲ ਗਾਈਡ ਕਰ ਸਕਦੇ ਆ। ਇਹ ਲੋਕ ਜਿਹੜੇ ਹੈਗੇ ਆ, ਮੈਂ ਕਹਿੰਦਾ ਜੇ ਗ੍ਰਾਮ ਸਭਾ ਦੇ ਮਤੇ ਆ ਲੈ ਲੈਣ, ਕੋਈ ਇਹ ਏਡੀ ਵੱਡੀ ਗੱਲ ਨਹੀਂ। ਪਿੰਡੋਂ ਪਿੰਡ ਮਤੇ ਪਾਸ ਹੋ ਰਹੇ ਆ। ਸਾਡੇ ਪਿੰਡ ਦੀ ਵੀ ਗ੍ਰਾਮ ਸਭਾ ਅਸੀਂ ਵੀ ਇਜਲਾਸ ਸੱਦਿਆ, ਅਸੀਂ ਵੀ ਮਤਾ ਪਾਸ ਕਰਕੇ ਦੇ ਰਹੇ ਆ। ਇਹ ਰਣਨੀਤੀ ਇਹ ਹੀ ਆ ਵੀ ਆਹ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਨਾ, ਭੁੱਲ ਨਾ ਜਾਣ। ਸਾਡੀ ਨਾ ਪੰਜਾਬੀਆਂ 'ਚ ਇੱਕ ਗੱਲ ਆ, ਜਿਹਦਾ ਦਿੱਲੀ ਲਾਹਾ ਲੈਂਦੀ ਰਹੀ ਆ, ਅਸੀਂ ਭੁੱਲ ਜਾਂਦੇ ਆ। ਸਾਡੇ ਪਿਤਾ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਜਿਸ ਲੋਕ ਸਭਾ ਹਲਕੇ 'ਚੋਂ ਬੇਅਦਬੀ ਹੁੰਦੀ ਆ, ਉੱਥੋਂ ਜਿਨ੍ਹਾਂ ਤੇ ਦੋਸ਼ ਆ ਉਹੀ ਉੱਥੋਂ ਜਿੱਤ ਕੇ ਜਾਂਦੇ ਆ। ਇਹ ਭੁੱਲਣ ਦੀ ਆਦਤ ਆ। ਪਰ ਜਦੋਂ ਜੂਥ ਆ ਜਾਵੇ ਵਿੱਚ, ਇੱਕ ਪਾਸੇ ਬਜ਼ੁਰਗ ਹੋਵੇ, ਇੱਕ ਪਾਸੇ ਨਾਲ ਖੇਤ ਮਜ਼ਦੂਰ ਜੁੜਿਆ ਹੋਵੇ, ਇੱਕ ਭੁੱਲ ਜੂ
ਦੂਸਰਾ ਨਹੀਂ ਭੁੱਲਣ ਦੇਣਾ। ਇਹ ਗੱਲਾਂ ਇੱਕ ਦੂਜੇ ਨੂੰ ਖਰੀਦ ਪੰਚਾਇਤਾਂ ਜਿਹੜੀਆਂ ਇਹ 'ਚ ਇਹ ਆ, ਇਹ ਵਾਰ-ਵਾਰ ਅਵੇਅਰ ਕਰਦੀਆਂ ਰਹਿਣ, ਚੇਤੇ ਕਰਾਉਂਦੀਆਂ ਰਹਿਣ, ਤੇ ਮੈਨੂੰ ਨਹੀਂ ਲੱਗਦਾ ਕਿ ਇਹ ਲਹਿਰ ਜਿਹੜੀ ਆ ਇਹ ਫੇਲ ਹੋਊਗੀ। ਕੀ ਸੰਦੇਸ਼ ਦੇਣਾ ਚਾਹੁੰਦੇ ਕਿਸਾਨਾਂ ਨੂੰ? ਕਿਸਾਨਾਂ ਨੂੰ ਇਹ ਸੰਦੇਸ਼ ਆ ਜੀ ਵੀ ਵੀਰੋ ਇਕੱਠੇ ਰਹੋ, ਇਕੱਠੇ ਰਵਾਂਗੇ ਤੇ ਲੱਗਦਾ ਵੀ ਹੁਣ ਦਿੱਲੀ ਤੱਕ ਆਪਣੀ ਗੱਲ ਪਹੁੰਚ ਗਈ ਆ। ਇਕੱਠੇ ਰਹੋ। ਹੁਣ ਇਹਦੇ ਵਿੱਚ ਕੀ ਹੋਣਾ, ਇਹਦੇ ਵਿੱਚ ਜਿਹੜੇ ਨਾ ਬੰਦੇ ਦੂਸਰੇ ਆ, ਇਸ ਮਿਸ਼ਨ ਨੂੰ, ਇਸ ਲਹਿਰ ਨੂੰ ਫੇਲ ਕਰਨ ਵਾਲੇ ਬੰਦੇ ਆਉਣੇ ਆ, ਉਹਨਾਂ ਤੋਂ ਸੁਚੇਤ ਰਹੋ, ਉਹਨਾਂ ਤੋਂ ਸੁਚੇਤ ਰਹੋ। ਆਪ ਦੀ ਜਿਹੜੀ ਆ ਪਿੰਡਾਂ ਦੀ ਭਾਈਚਾਰਕ ਏਕਤਾ ਸਾਂਝ ਆ ਉਹ ਕਾਇਮ ਰੱਖੋ। ਕੱਲਾ ਇਹਨੂੰ ਕਿਸਾਨ ਮਜ਼ਦੂਰ ਆਪਣੇ ਕਿਸਾਨ ਦਾ ਹੀ ਨਾ ਇਹਨੂੰ ਕੋ ਖੇਤੀ ਵਿਰੋਧੀ ਆਰਡੀਨੈਂਸ ਆ ਫਲਾਨਾ ਧਮਕੜਾ, ਇਹਦੇ ਵਿੱਚ ਸਾਨੂੰ ਬਰਾਬਰ ਦੀ ਭਾਈਵਾਲੀ ਖੇਤ ਮਜ਼ਦੂਰਾਂ ਦੀ ਵੀ ਚਾਹੀਦੀ ਆ। ਮੇਰਾ ਇੱਕ ਬੜਾ ਅਹਿਮ ਸਵਾਲ ਰਹਿ ਗਿਆ ਸੀਗਾ, ਉਹ ਸਵਾਲ ਇਹ ਹੈ ਕਿ ਅਸੀਂ ਕਹਿੰਦੇ ਕਿ ਕਿਸਾਨਾਂ ਦੇ ਮਾਰੂ ਨੀਤੀ ਜਿਹੜੀ ਉਹ ਲਾਗੂ ਕੀਤੀ ਗਈ ਹੈ, ਕਾਨੂੰਨ ਬਣਾਇਆ ਗਿਆ, ਕਿ ਕੱਲੇ ਇਹ ਅਸੀਂ ਸਮਝਣਾ ਚਾਹੁੰਦੇ ਹਾਂ ਕਿ ਕੱਲੇ ਕਿਸਾਨਾਂ ਨੂੰ ਹੀ ਨੁਕਸਾਨ ਹੈ ਜਾਂ ਇਹਦੇ ਨਾਲ ਹੋਰ ਆਮ ਲੋਕਾਂ ਨੂੰ ਵੀ ਜਿਹੜਾ ਉਹ ਨੁਕਸਾਨ ਭੁਗਤਣਾ ਪਏਗਾ ਆਉਣ ਵਾਲੇ ਸਮੇਂ ਦੇ ਵਿੱਚ? ਸਭ ਤੋਂ ਪਹਿਲਾਂ ਤਾਂ ਜਿਹੜੀ ਮੈਂ ਗੱਲ ਕਹੀ ਵੀ ਖੇਤ ਮਜ਼ਦੂਰ ਨੂੰ ਇਮੀਡੀਏਟਲੀ ਉਹਨੂੰ ਤਾਂ ਉਦੋਂ ਹੀ ਭੁਗਤਣਾ ਪੈ ਜਾਣਾ। ਉਦੋਂ ਬਾਅਦ ਜਿਹੜੇ ਆ ਆੜਤੀਏ, ਦੇਖੋ ਜਿਹੜਾ ਹੈਗਾ ਕਿ ਨਹੀਂ ਕਿਸਾਨ ਆ, ਇਹਦੇ ਤੇ ਪੰਜਾਬ ਦੀ ਜਿਹੜੀ ਸਾਰੀ, ਪੰਜਾਬ ਦੀ ਕੀ ਪੂਰੇ ਹਿੰਦੁਸਤਾਨ ਦੀ ਸਾਰੀ ਇੱਥੇ ਅਰਥ ਵਿਵਸਥਾ ਸਾਰੇ ਇੱਥੇ ਡਿਪੈਂਡ ਆ। ਇੱਥੋਂ ਪੈਸੇ ਆਉਣੇ ਆ, ਇਹਦੇ ਤੋਂ ਹੀ ਅਗਲੇ ਨੇ ਮਕਾਨ ਕਿਤੇ ਬਣਾਉਣਾ, ਇੱਥੋਂ ਹੀ ਪੈਸੇ ਆਉਣੇ ਆ ਤੇ 4 ਇੱਟਾਂ ਘਰ ਲਾਉਣੀਆਂ, ਇਹ ਤੋਂ ਹੀ ਪੈਸੇ ਆਉਣੇ ਆ ਧੀ ਪੁੱਤ ਦਾ ਵਿਆਹ ਕਰਨਾ, ਇਹ ਤੋਂ ਹੀ ਪੈਸੇ ਆਉਣੇ ਤਾਂ ਅਸੀਂ ਕੋਈ ਆਪਣਾ ਸੰਦ ਬਲੇਵਾ ਖਰੀਦਣਾ। ਇਸ ਕਰਕੇ ਇੱਥੇ ਮੈਨੂੰ ਲੱਗਦਾ ਕਿਸੇ ਨੂੰ ਅੱਜ, ਕਿਸੇ ਨੂੰ ਕੱਲ, ਕਿਸੇ ਨੂੰ ਪਰਸੋਂ, ਹਰ ਇੱਕ ਨੂੰ ਪ੍ਰਭਾਵਿਤ ਹੋਣਾ ਪੈਣਾ, ਹਰ ਇੱਕ ਨੂੰ ਪ੍ਰਭਾਵਿਤ ਹੋਣਾ ਪੈਣਾ। ਇਹ ਆ ਵੀ ਕਿਸਾਨ ਜਿਹੜਾ ਇਮੀਡੀਏਟਲੀ ਹੋ ਰਿਹਾ, ਖੇਤ ਮਜ਼ਦੂਰ ਇਮੀਡੀਏਟਲੀ ਪ੍ਰਭਾਵਿਤ ਹੋ ਰਿਹਾ, ਬਾਕੀਆਂ ਨੂੰ ਹੌਲੀ ਹੌਲੀ ਹੋਣਾ। ਤੇ ਜਿਹੜੇ ਤਾਂ ਸਮਝਦਾਰ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ ਹੈਗੀਆਂ, ਉਹ ਤਾਂ ਹੁਣੇ ਹੀ ਇਸ ਗੱਲ ਨੂੰ ਸਮਝਣ ਲੱਗ ਪਈਆਂ। ਪਰ ਮੈਂ ਜਿੱਦਾਂ ਸ਼ੁਰੂ 'ਚ ਗੱਲ ਕਹੀ ਸੀ ਵੀ ਜਿਹੜੇ ਆੜਤੀ ਭਰਾ ਆ, ਇਹਨਾਂ ਤੋਂ ਹੱਲੇ ਸੋਰਸ ਆ, ਇਹਨਾਂ ਤੋਂ ਸਾਧਨ ਆ, ਇਹ ਪੂੰਜੀਪਤੀ ਆ, ਇਹਨਾਂ ਨੇ ਕੁਛ ਨਾ ਕੁਛ ਆਪਣਾ ਰੱਖਿਆ ਹੁੰਦਾ। ਜ਼ਿਮੀਂਦਾਰ ਭਰਾ ਨੇ ਕੁਛ ਨਹੀਂ ਰੱਖਿਆ ਹੁੰਦਾ, ਜ਼ਮੀਨ ਸਾਰੀ ਲਿਮਟ ਆ, ਬੈਂਕਾਂ ਦੇ ਕੋਲ ਆ। ਸਾਡੇ ਕੋਲ ਆਹ ਹੀ ਅਧਿਕਾਰ ਸੀ ਜਿਹੜਾ ਇੱਕ ਫਸਲ ਬੀਜਣ ਦਾ, ਉਹ ਵੀ ਖਤਮ ਹੋ ਗਿਆ। ਤੇ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਵੀ ਜਿੱਥੇ ਅਸੀਂ ਇਹ ਸੰਘਰਸ਼ ਕਰਨਾ, ਉੱਥੇ ਆਪਣੀ ਜਿਹੜੀ ਭਾਈਚਾਰਕ ਸਾਂਝ ਆ ਉਹ ਬਣਾ ਕੇ ਜ਼ਰੂਰ ਰੱਖਣੀ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਸੋ ਇਹ ਸੀ ਸਾਡੇ ਨਾਲ ਸੁਖਜਿੰਦਰ ਜੀ, ਜਿਨ੍ਹਾਂ ਨੇ ਸਾਨੂੰ ਵਾਕਈ ਪੂਰੀ ਜਾਣਕਾਰੀ ਦਿੱਤੀ ਹੈ। ਪਰ ਨਾਲ ਦੀ ਨਾਲ ਇਹ ਵੀ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਹਰ ਇੱਕ ਇਨਸਾਨ ਨੂੰ, ਹਰ ਇੱਕ ਤਬਕੇ ਨੂੰ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਜਿਹੜਾ ਹਰ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਜੋ ਬਾਰ-ਬਾਰ ਐਲੀਗੇਸ਼ਨ ਇੱਕ ਦੂਸਰੀ ਪਾਰਟੀ ਵੱਲੋਂ, ਆਪੋਜੀਸ਼ਨ ਪਾਰਟੀ ਵੱਲੋਂ ਇੱਕ ਦੂਸਰੇ ਤੇ ਲਗਾਏ ਜਾ ਰਹੇ ਨੇ, ਸੋ ਇੱਕ ਦੂਸਰੇ ਤੇ ਚੀਜ਼ਾਂ ਮੜਨ ਦੀ ਬਜਾਏ ਆਪਣੇ ਗਰਵਾਨ ਦੇ ਵਿੱਚ ਝਾਕਣਾ ਚਾਹੀਦਾ ਕਿ ਉਹਨਾਂ ਨੂੰ ਕਿਸਾਨਾਂ ਦੇ ਲਈ ਕੀ ਕਰਨਾ ਚਾਹੀਦਾ, ਕਿਸਾਨਾਂ ਦੇ ਹਿੱਤ 'ਚ ਕੀ ਕਰਨਾ ਚਾਹੀਦਾ। ਸੋ ਆਮ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਕੱਲਾ ਕਿਸਾਨ ਮਾਰੂ ਨੀਤੀ ਨਹੀਂ ਹੈ, ਇਹ ਆਮ ਲੋਕਾਂ ਨੂੰ ਖਤਮ ਕਰ ਦੂਗੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ, ਉਹਨਾਂ ਨੂੰ ਇਸ ਚੀਜ਼ ਦਾ ਨੁਕਸਾਨ ਜਿਹੜਾ, ਇਸ ਚੀਜ਼ ਦਾ ਖਮਿਆਜ਼ਾ ਜਿਹੜਾ ਉਹ ਭੁਗਤਣਾ ਜ਼ਰੂਰ ਪਏਗਾ। ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਬਿੱਲ ਵਾਪਸ ਹੁੰਦਾ ਹੈ, ਕਿਸਾਨ ਇਸੇ ਤਰ੍ਹਾਂ ਡਟੇ ਰਹਿੰਦੇ ਨੇ, ਜਾਂ ਫਿਰ ਬਾਕੀ ਜੋ ਹਾਲਾਤ ਪਹਿਲਾਂ ਬਣਦੇ ਨੇ ਕਿ ਧਰਨਿਆਂ ਤੇ ਬਹਿੰਦੇ ਨੇ, ਬਾਅਦ ਚੋਂ ਸ਼ਾਂਤ ਹੋ ਜਾਂਦੇ ਨੇ, ਜਾਂ ਉਸੇ ਤਰ੍ਹਾਂ ਦੀ ਪਰਿਸਥਿਤੀ ਬਣ ਜਾਂਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਸੋ ਇਸੇ ਦੇ ਨਾਲ ਮੈਨੂੰ ਕੀਰਤੀ ਤੇ ਕੈਮਰਾਮੈਨ ਸ਼ਿਵਮ ਗਿੱਲ ਨੂੰ ਦੋ ਇਜਾਜ਼ਤ। ਧੰਨਵਾਦ।